ਚੋਪਈ ਇਤਿਆਦਿਕ ਕਰ ਕਾਜ ਅਛੇਰੇ ਚਲਨ ਚਿਓ ਸ੍ਰੀ ਗੁਰੂ ਅਗੇਰੇ ਸਿੱਖ ਸੰਗਤ ਸਗਰੀ ਚਲ ਆਈ ਬਿਨਤੀ ਕਰੀ ਪ੍ਰਭੂ ਅਗਵਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਲੈਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ। ਝੂਲਾ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਸ੍ਰੀ ਖਡੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਵਣ ਦੀਆਂ ਤਿਆਰੀਆਂ ਕੀਤੀਆਂ। ਸਿੱਖਾਂ 'ਚ ਚਰਚਾ ਹੋਈ ਕਿ ਗੁਰੂ ਨਾਨਕ ਸਾਹਿਬ ਸਣੇ ਦੇ ਸੱਚਖੰਡ ਗਏ ਨੇ ਕਿ ਗੁਰੂ ਅੰਗਦ ਸਾਹਿਬ ਵੀ ਇਸੇ ਤਰ੍ਹਾਂ ਜਾਣਗੇ। ਕੁਝ ਕੁ ਸਿੱਖਾਂ ਦੇ ਮਨ ਦਾ ਇਹ ਸੰਦੇਹ ਸੀ ਤਾਂ ਸਤਿਗੁਰੂ ਜੀ ਤਖਤ ਤੇ ਬੈਠੇ ਬੈਠੇ ਇੱਕਦਮ ਅਲੋਪ ਹੋ ਗਏ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਲੰਗਰਾਂ ਵਿੱਚ ਸਨ, ਪਤਾ ਲੱਗਾ ਵਾਪਸ ਆਏ। ਬੇਨਤੀ ਕੀਤੀ ਸਤਿਗੁਰੂ ਗਰੀਬ ਨਵਾਜ ਆਪ ਜੀ ਕਿਰਪਾ ਕਰਕੇ ਦਰਸ਼ਨ ਦਿਓ। ਮਹਾਰਾਜ ਜੀ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਔਰ ਆਪਣੀ ਦੇਹ ਦਾ ਤਿਆਗ ਕੀਤਾ। ਸੰਗਤ ਦੇ ਮਨ ਦੇ ਵਿੱਚ ਜੋ ਸੰਸਾ ਸੀ ਉਹ ਨਿਰਵਿਰਤ ਕੀਤਾ। ਗੁਰੂ ਚਾਹੇ ਤਾਂ ਸਰੀਰ ਸਮੇਤ ਵੀ ਸੱਚਖੰਡ ਜਾ ਸਕਦਾ ਤੇ ਗੁਰੂ ਦੀ ਇੱਛਾ ਹੈ ਉਹ ਸਰੀਰ ਤਿਆਗ ਕੇ ਵੀ ਜਾ ਸਕਦਾ, ਕਿਉਂਕਿ ਗੁਰੂ ਸਰੀਰ ਦੇ ਬੰਧਨ ਵਿੱਚ ਨਹੀਂ ਹੈ। ਗੁਰੂ ਤਾਂ ਗਿਆਨ ਰੂਪ ਹੋ ਕੇ, ਵਿਆਪਕ ਰੂਪ ਹੋ ਕੇ, ਪ੍ਰਕਾਸ਼ ਰੂਪ ਹੋ ਕੇ ਸਰਬ ਥਾਈਂ ਰਹਿੰਦੇ ਹਨ। ਤੋ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਗੁਰੂ ਚਰਨਾਂ ਵਿੱਚ ਬਾਰੰਬਾਰ ਨਮਸਕਾਰ ਹੈ। ਬਾਦਸ਼ਾਹ ਬਹਾਦਰ ਸ਼ਾਹ ਨੂੰ ਰਾਜ ਤਖਤ ਮਹਾਰਾਜ ਗੁਰੂ ਕਲਗੀਧਰ ਜੀ ਨੇ ਬਖਸ਼ਿਆ। ਦਿੱਲੀ ਆਏ ਨੇ, ਦਿੱਲੀ ਦੀ ਸੰਗਤ ਨੂੰ ਦਰਸ਼ਨ ਦਿਦਾਰੇ ਦਿੱਤੇ ਹਨ। ਆਖਿਆ ਦਿੱਲੀ ਦੀ ਸੈਰ ਕਰੀਏ। ਦਿੱਲੀ ਦੇ ਕੁਝ ਸਿੱਖਾਂ ਦੇ ਮਨਾਂ 'ਚ ਸੰਸਾ ਸੀ ਕਿ ਦਿੱਲੀ ਦੇ ਬਾਜ਼ਾਰਾਂ ਵਿੱਚ ਜੇ ਸਤਿਗੁਰਾਂ ਨੂੰ ਲੈ ਕੇ ਗਏ ਤੇ ਇੱਥੇ ਜਿਹੜੇ ਮੁਗਲ ਪਠਾਨ ਮਹਾਰਾਜ ਜੀ ਦੇ ਦੁਸ਼ਮਣ ਨੇ ਉਹ ਕਿਤੇ ਹਮਲਾ ਨਾ ਕਰ ਦੇਣ। ਜਮਨਾ ਨਦੀ ਵਿੱਚ ਹੀ ਸਤਿਗੁਰਾਂ ਨੂੰ ਕਿਸ਼ਤੀ ਤੇ ਬਿਠਾ ਕੇ ਦੂਰਬੀਨ ਦੇ ਕੇ ਦੂਰੋਂ ਦਿੱਲੀ ਦੀ ਸੈਰ ਕਰਾਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲੇ ਹੱਸਦੇ ਐ, ਨਾਲੇ ਇਹਨਾਂ ਦੀ ਦਸ਼ਾ ਵੇਖਦੇ। ਦਮਦਮਾ ਸਾਹਿਬ ਯਾਨੀ ਕਿ ਮੋਤੀ ਬਾਗ ਸਾਹਿਬ ਮਹਾਰਾਜ ਜੀ ਨੇ ਪੜਾਅ ਕੀਤਾ। ਸੰਗਤ ਨੂੰ ਦਰਸ਼ਨ ਦਿਦਾਰੇ ਦਿੱਤੇ ਨੇ। ਜਮਨਾ ਪਾਰ ਸਤਿਗੁਰਾਂ ਦਾ ਟਿਕਾਣਾ ਹੈ। ਦਿੱਲੀ ਤੋਂ ਸਤਿਗੁਰੂ ਜੀ ਨੇ ਚੱਲਣ ਦੀ ਤਿਆਰੀ ਕੀਤੀ ਹੈ ਦੱਖਣ ਦਿਸ਼ਾ ਨੂੰ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਹੋਇਆਂ
ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤਿਆਦਿਕ ਕਰ ਕਾਜ ਅਛੇਰੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਿੱਲੀ ਵਿਖੇ ਬਹੁਤ ਸਾਰੇ ਜੀਵਾਂ ਦੀ ਕਲਿਆਣ ਕੀਤੀ, ਬਹੁਤਿਆਂ ਨੂੰ ਆਪਣੇ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕੀਤਾ। ਚਲਨ ਚਿਓ ਸ੍ਰੀ ਗੁਰੂ ਅਗੇਰੇ। ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕਾਰ ਸੇਵਾ ਮਹਾਰਾਜ ਕਲਗੀਧਰ ਜੀ ਨੇ ਕਰਵਾਈ, ਨੌਵੇਂ ਪਾਤਸ਼ਾਹ ਦੀ ਯਾਦਗਾਰ ਕਾਇਮ ਕੀਤੀ ਔਰ ਸਤਿਗੁਰਾਂ ਨੇ ਦਿੱਲੀ ਤੋਂ ਚੱਲਣ ਦੀ ਅੱਗੇ ਨੂੰ ਤਿਆਰੀ ਕੀਤੀ। ਸਿੱਖ ਸੰਗਤ ਸਗਰੀ ਚੱਲ ਆਈ। ਜਦੋਂ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਕਲਗੀਧਰ ਜੀ ਦੱਖਣ ਦਿਸ਼ਾ ਨੂੰ ਕੂਚ ਕਰਨ ਲੱਗੇ ਹਨ, ਤੋ ਦਿੱਲੀ ਦੇ ਜਿਤਨੇ ਵੀ ਸਿੱਖ ਨੇ ਸੰਗਤ ਹੈ, ਦਿੱਲੀ ਦੀ ਸਾਰੀ ਸੰਗਤ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਵਿੱਚ ਆਈ, ਬਿਨਤੀ ਕਰੀ ਪ੍ਰਭੂ ਅਗਵਾਈ। ਔਰ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਸੰਗਤ ਨੇ ਬੜੇ ਸਤਿਕਾਰ ਨਾਲ ਬੇਨਤੀ ਕੀਤੀ। ਤੁਮ ਸਮ ਜਿਸ ਕੋ ਦਰਸ਼ਨ ਆਏ। ਸਤਿਗੁਰੂ ਜੀ ਆਪ ਜੀ ਜਾ ਰਹੇ ਹੋ, ਆਪ ਜੀ ਨੂੰ ਅਸੀਂ ਰੋਕ ਨਹੀਂ ਸਕਦੇ, ਪਰ ਸਾਡੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਕਾਂਖਾ ਹੈ। ਆਪ ਜੀ ਦੇ ਸਮਾਨ ਜਿਨ੍ਹਾਂ ਦੇ ਦਰਸ਼ਨ ਹੋਣ, ਕਿ ਜਿੰਨਾ ਫਲ ਜਿੰਨਾ ਮਹਾਤਮ ਆਪ ਜੀ ਦੇ ਦਰਸ਼ਨਾਂ ਚੋਂ ਪ੍ਰਾਪਤ ਹੁੰਦਾ ਹੈ, ਇੰਨਾ ਹੀ ਮਹਾਤਮ ਇਤਨਾ ਹੀ ਫਲ ਸਾਨੂੰ ਤਿਨਾਂ ਦੇ ਦਰਸ਼ਨਾਂ ਵਿੱਚੋਂ ਪ੍ਰਾਪਤ ਹੋਵੇ। ਦਿੱਲੀ ਵਿਖੇ ਰਾਏ ਹਮ ਚਾਹੇ। ਇਹੋ ਜੇ ਕਿਸੇ ਮਹਾਤਮਾ ਨੂੰ ਆਪ ਜੀ ਦਿੱਲੀ ਵਿੱਚ ਛੱਡ ਜਾਓ, ਜਾਂ ਐਸੇ ਗੁਰਸਿੱਖ ਨੂੰ ਛੱਡ ਜਾਓ, ਜਾਂ ਮਾਤਾ ਜੀ ਹੋਣਾ ਨੂੰ ਛੱਡ ਜਾਓ ਕਿ ਉਹਨਾਂ ਦੇ ਦਰਸ਼ਨਾਂ ਵਿੱਚੋਂ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ। ਹਾਂਜੀ, ਇਸ ਪੁਰ ਸਮ ਦੂਸਰ ਕੋ ਨਾਈ। ਮਹਾਰਾਜ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵਕਤ ਤੇ ਜਿਹੜੀ ਦਿੱਲੀ ਹੈ, ਇਸ ਦਿੱਲੀ ਦੇ ਸਮਾਨ ਹੋਰ ਕੋਈ ਨਗਰ ਨਹੀਂ ਹੈ। ਦਿੱਲੀ ਇਸ ਵਕਤ ਪੂਰੇ ਹਿੰਦੁਸਤਾਨ ਦਾ ਦਿਲ ਕਹਿ ਸਕਦੇ ਹਾਂ। ਸਿੱਖੀ ਬਿਥਰੇ ਥਿਰੇ ਸਮਾਈ। ਅਸੀਂ ਚਾਹੁੰਦੇ ਹਾਂ ਕਿ ਆਪ ਜੀ ਦੇ ਸਮਾਨ ਕੋਈ ਇੱਥੇ ਰਹੇ ਔਰ ਇੱਥੇ ਗੁਰੂ ਕੀ ਸਿੱਖੀ ਪ੍ਰਗਟ ਰਹੇ। ਮੁੱਖ ਨਗਰ ਹੈ ਭਾਰਤ ਖੰਡ ਦਾ, ਇੱਥੇ ਗੁਰੂ ਕੀ ਸਿੱਖੀ ਦਾ ਵਿਸਥਾਰ ਹੋਵੇ, ਗੁਰੂ ਕੇ ਸਿੱਖ ਇੱਥੇ ਵਧਣ ਫੁੱਲਣ, ਐਸਾ ਕੋਈ ਆਪ ਜੀ ਪ੍ਰਬੰਧ ਕਰੋ। ਪੂਜਨ ਹੇਤ ਟਿਕਾਵੋ ਕੋਈ। ਮਹਾਰਾਜ ਜੀ ਆਪਣੀ ਜਗ੍ਹਾ ਤੇ ਇੱਥੇ ਆਪ ਜੀ ਸਾਡੇ ਲਈ ਕਿਸੇ ਅਰਾਧਿਆ ਨੂੰ ਟਿਕਾ ਜਾਓ, ਜਿਸ ਦੀ ਪੂਜਾ ਜਿਸ ਦਾ ਸਤਿਕਾਰ ਅਸੀਂ ਇੱਥੇ ਕਰੀਏ। ਚਿਤਵਤ ਪੇ ਸੁਨ ਕਰ ਬਿਦ ਸੋਈ। ਜਦੋਂ ਦਿੱਲੀ ਦੇ ਸਿੱਖਾਂ ਦੀ ਇਹ ਬੇਨਤੀ ਗੁਰੂ ਕਲਗੀਧਰ ਪਾਤਸ਼ਾਹ ਨੇ ਸੁਣੀ, ਸੁਣ ਕੇ ਮਹਾਰਾਜ ਜੀ ਵਿਚਾਰ ਕੀਤੀ। ਦੋਨੋਂ ਮੈਲ ਸੰਗਮ ਜੋਏ। ਸਤਿਗੁਰਾਂ ਵਿਚਾਰ ਕੀਤੀ ਕਿ ਸਾਡੇ ਦੋਨੋਂ ਮਹਿਲ ਇਸ ਵੇਲੇ ਸਾਡੇ ਨਾਲ ਨੇ। ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ, ਸਾਡੇ ਦੋਨੋਂ ਮਹਿਲ ਇਸ ਵਕਤ ਸਾਡੇ ਨਾਲ ਹਨ। ਬੋਲੇ ਸ਼੍ਰੀ ਮੁਖ ਤੁਮ ਸੁਖ ਹੋਏ। ਇਹਨਾਂ ਨੂੰ ਦੱਖਣ ਦਿਸ਼ਾ ਵਿੱਚ ਲਿਜਾਣਾ ਦੋਨਾਂ ਮਹਿਲਾਂ ਨੂੰ ਬੜਾ ਲੰਮਾ ਪੈਂਡਾ ਹੈ। ਤੋ ਸਤਿਗੁਰਾਂ ਨੇ ਵਿਚਾਰ ਕੀਤੀ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਸੰਬੋਧਨ ਕਰਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਹਮਨੇ ਦੱਖਣ ਜਾਨੋ ਦੂਰ। ਮਹਾਰਾਜ ਜੀ ਕਹਿਣ ਲੱਗੇ ਅਸੀਂ ਦੱਖਣ ਦਿਸ਼ਾ ਨੂੰ ਜਾਣਾ, ਬੜਾ ਲੰਮਾ ਪੈਂਡਾ, ਦੱਖਣ ਦਿਸ਼ਾ ਦਾ ਤੈਅ ਕਰਕੇ ਦੂਰ ਤੱਕ ਜਾਣਾ। ਤੁਮ ਨਿਤ ਚਲੋ ਕਸ਼ਟ ਹੋਏ ਪੂਰ। ਲੰਮੇ ਪੈਂਡੇ 'ਚ ਵਿਦੇਸ਼ ਵਿੱਚ ਜਾਣਾ, ਪ੍ਰਦੇਸ਼ ਵਿੱਚ ਜਾਣਾ, ਰਾਹ ਦੇ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਨੇ, ਤੁਹਾਨੂੰ ਇੰਨੇ ਲੰਮੇ ਪੈਂਡੇ ਵਿੱਚ ਪਰੇਸ਼ਾਨੀ ਹੋਵੇਗੀ। ਦਿੱਲੀ ਮੈਂ ਥਿਰਤਾ ਅਬ ਗਈਏ। ਇਸ ਕਰਕੇ ਸਾਡੀ ਇਹ ਵਿਚਾਰ ਹੈ ਕਿ ਤੁਸੀਂ ਦੋਨੋਂ ਇੱਥੇ ਦਿੱਲੀ ਵਿੱਚ ਹੀ ਰਹੋ। ਕਲਗੀਧਰ ਜੀ ਮਹਾਰਾਜ ਜੀ ਮਾਤਾ ਸੁੰਦਰੀ ਜੀ ਹੋਣਾ ਨੂੰ ਆਪਣੀ ਜਗ੍ਹਾ ਤੇ ਇੱਥੇ ਛੱਡ ਕੇ ਜਾਣਾ ਚਾਹੁੰਦੇ ਆ ਕਿ ਇੱਥੇ ਰਹਿ ਕੇ ਸੰਗਤ ਦੀ ਜੋ ਪੰਜਾਬ ਦੀ ਸੰਗਤ ਹੈ ਜਾਂ ਦਿੱਲੀ ਦੀ ਸੰਗਤ ਹੈ, ਉਹਨਾਂ ਨੂੰ ਅਗਵਾਈ ਵਾਸਤੇ ਮਾਤਾ ਸੁੰਦਰੀ ਜੀ ਰਹਿਣਗੇ, ਕਿਉਂਕਿ ਕਲਗੀਧਰ ਜਾਣਦੇ ਸਨ ਕਿ ਅਸੀਂ ਤਾਂ ਸੱਚਖੰਡ ਚਲੇ ਜਾਣਾ।
तो माता सुंदरी जी ने तकरीबन कलगीधर जी दे ज्योति जोत समावण तो 39 साल बाद शरीर छड्डिया। 39 साल माता सुंदरी जी ने पंथ की अगवाई की दिल्ली बह के। माता जी दे बहुत सारे हुक्मनामे माता सुंदरी जी दे मिलते हैं। भाई साहब भाई मनी सिंह शहीद के नां ते हुक्मनामे मिलते हैं। तो माता जी ने बड़ी सुचज्जी अगवाई गुरु खालसे पंथ की की, सत्कारयोग माता सुंदरी जी ने। तो सतगुरु जी जानते सन भी ये भाणा होना आने वाले समय च। तो सतगुरु जी ने दोनों महिला नूं कहा, माता साहब देवा नूं भी माता सुंदरी जी नूं भी, कि तुसी इत्थे दिल्ली रह के संगत की अगवाई करो ते इन्हां नूं दर्शन दिओ। संगत में सुख पूरब रहीए, ते सुख पूर्वक ढंग नाल तुसी इत्थे संगत विच रहो, क्योंकि साडे नाल जाओगे लम्मा पैंदा बिखम पैंदा ते सफर दे विच परेशान भी होवोगे। इत्थे संगत विच रह के तुसी सुख पूर्वक ढंग नाल विचरो। दिन प्रत कूच बिखाद करंता, क्योंकि दिन प्रति दिन कूच करना, रोज नवा पिंड बनना, नवे थां ते जाना, यात्रा करनी, सफर करना, ਇਹਦੇ ਵਿੱਚ बहुत सारियां समस्यावां आउंदियां हन। इहां बसे सुख समा बितंता, तुसी इत्थे सुख दे नाल वस के अपने जीवन दा जिहड़ा समा ਉਹ ਬਤੀਤ करो। सुन सुंदरी दृग पर बोरोई, ਜਦੋਂ ਕਲਗੀਧਰ ਜੀ ਨੇ ਬਚਨ ਕਹੇ ਤੇ ਮਾਤਾ ਸੁੰਦਰੀ ਜੀ ਜਿਹੜੇ ਆਪਣੇ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਸਨ, ਮਾਤਾ ਜੀ ਦੀਆਂ ਅੱਖਾਂ ਭਰ ਆਈਆਂ। ਮਾਤਾ ਸੁੰਦਰੀ ਜੀ ਦੀਆਂ कैसा बिखम उस वेले दा माहौल सी। माता सुंदरी जी और माता साहब देवा जी कैसे बिखम रस्तियां दे विचों दी निकले ने। जदों आनंदपुर साहब छड्डिया, पति तो विछोड़ा पिया, दिल्ली कुछ समा रहे, ये बड़ा औखा समा सी उस वेले। तो माता सुंदरी जी दे नेत्र भर आए जदों कलगीधर जी ने कहा ना तुसी इत्थे दिल्ली रहो, असीं चले आ दखण नूं। तो सतगुरां दे विछोड़े नूं माता जी कित्थे झल सकदे सन। तो उसे वक्त नेत्रां दे विच माता जी दे नीर बहण लग पिया। सुत को सिमर सिमर दुख पोई, फिर अपना लाल चेते आ गया। किहड़ा लाल? साहिबजादा बाबा अजीत सिंह जी। बाबा अजीत सिंह जी माता सुंदरी जी दे साहिबजादे सी, उन्हां दे उदर तो बाबा अजीत सिंह जी ने जन्म लिया सी। तो माता जी नूं अपना लाल चेते आया, साहिबजादा बाबा अजीत सिंह जी चेते आए। कीतक बार दृगन जल डारा, और वैराग दे विच नेत्रां विचों इह संसारी इस्त्रियां वाला त्रिमतां वाला रोना नहीं है, ये तां अत उच्च दर्जे दा वैराग है। पति नाल भी विछोड़ा पैण लगा, पहलां पुत्र नाल विछोड़ा पिया, प्राणा तो प्यारी सस माता नाल विछोड़ा पिया। तो माता सुंदरी जी दे उस वेले नेत्र जेड़े ने वो बार बार छलकदे हन। पुन श्रीपति के साथ उचारा, फिर बिरहा तुर होए माता सुंदरी जी कलगीधर जी नूं बेनती करदियां बोले, कहण लगे, तुम समरथ सब बिद गुण खानी। कहण लगे सतगुरु जी तुसी समरथ हो, सर्व प्रकार करके गुणा दी खान हो। पुरो कामना सिख महानी, तुसी अपने सिखां दियां कामनावां पूर्ण करदे हो, सिखां दियां इच्छावां पूर्ण करदे हो। मैं अत दुखी निकट तुम रही, महाराज मैं बड़ी व्याकुल हाँ, मेरा हिरदा दुखी है, मैं तुहाडे चरणां दी दासीयां तुहाडे पास रही हाँ। एक पुत्रा तिस भी मृत्यु लई, मेरी कुख तो इको एक पुत्र ने जन्म लिया सी, वो भी शहीद हो गया है। किस अलंब में जियो गुसाई, ते तुसी भी जा रहे हो, कहंदे हो असीं दखण नूं चले आ, मैनू कहंदे हो मैं इत्थे दिल्ली रहां। महाराज जी मैं किस दे आसरे रहांगी इत्थे, मेरा की आसरा? इको एक पुत्र सी, वो भी शहीद हो गया, तुसी भी चले हो, मैं किस दे आश्रित इत्थे रहांगी। बिछड़ एकली रह इस थाई, मैं इकली तुहाडे तो विछड़ के, अपने पुत्र तो विछड़ के
ਇਕੱਲੀ ਇਸ ਥਾਂ ਤੇ ਦਿੱਲੀ ਵਿੱਚ ਮੁਗਲਾਂ ਦੀ ਰਾਜਧਾਨੀ ਚ ਕਿਵੇਂ ਰਹਾ? प्रथम कुटुंब आपको पारा। ਮਹਾਰਾਜ ਜੀ ਆਪ ਜੀ ਦਾ ਕੈਸਾ ਸੁੰਦਰ ਹੱਸਦਾ ਵਸਦਾ ਪਰਿਵਾਰ ਸੀ, ਕਿੱਡਾ ਵੱਡਾ ਪਰਿਵਾਰ ਸੀ। चार पुत्र चारू सुकुमारा। ਮੈਂ ਨੇਤਰਾਂ ਨਾਲ ਵੇਖਿਆ ਆਪ ਜੀ ਦੇ ਪਰਿਵਾਰ ਨੂੰ, ਚਾਰ ਪੁੱਤਰਾਂ ਨੂੰ ਕੁਮਾਰ ਅਵਸਥਾ ਦੇ ਵਿੱਚ ਖੇਡਦਿਆਂ ਵੇਖਿਆ। सासू सैत सुरैत सुखियारी। ਮੈਂ ਆਪਣੀ ਸੱਸ ਮਾਤਾ ਗੁਜਰੀ ਜੀ ਦੇ ਨਾਲ ਬੜੇ ਸੁੱਖ ਮਾਣੇ ਹਨ, ਉਹਨਾਂ ਦੀ ਸੰਗਤ ਵਿੱਚ ਬਹੁਤ ਸੁੱਖ ਪ੍ਰਾਪਤ ਕੀਤੇ ਹਨ। संकट हो तो न किसु प्रकारी। ਵੱਡੇ ਭੈਣ ਜੀਤੋ ਜੀ ਦੇ ਸੰਗਤ ਵਿੱਚ ਰਹੀ ਹਾਂ, ਆਪ ਜੀ ਦੀ ਸੰਗਤ ਵਿੱਚ ਆਨੰਦਪੁਰ ਸਾਹਿਬ ਦੇ ਸੁੱਖ ਮਾਣੇ ਹਨ। ਮੈਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸੰਕਟ ਨਹੀਂ ਸੀ। ਜਿਤ ਕਿਤੇ ਅਵਲੋਕਤ ਦ੍ਰਿਗ ਸੀਤਲ। ਜਿੱਧਰ ਕਿੱਧਰ ਵੇਖਦਿਆਂ ਮੇਰੀਆਂ ਅੱਖਾਂ ਸ਼ੀਤਲ ਹੁੰਦੀਆਂ ਸਨ, ਮੇਰਾ ਹਿਰਦਾ ਸ਼ੀਤਲ ਹੁੰਦਾ ਸੀ। ਉਦਤ ਜਿਨੋ ਤੇ ਆਨੰਦ ਹੀ ਤਲ। ਹਿਰਦੇ ਦੇ ਥਾਂ ਵਿੱਚ ਆਨੰਦ ਹੀ ਆਨੰਦ ਉਪਜਦਾ ਸੀ ਜਦੋਂ ਆਨੰਦਪੁਰ ਸਾਹਿਬ ਮੈਂ ਰਹਿੰਦੀ ਸੀ। ਸਬਨ ਬਹੀਨ ਰਹੀ ਦੁਰ ਪਿਛਾਗਨ। ਮੇਰੇ ਮਾੜੇ ਭਾਗ ਨੇ ਕਿ ਮੈਂ ਨਾ ਉਹਨਾਂ ਚਾਰ ਸਾਹਿਬਜ਼ਾਦਿਆਂ ਦੇ ਦਰਸ਼ਨ ਕਰ ਸਕੀ ਹਾਂ, ਨਾ ਮੇਰੀ ਸਾਸੂ ਮਾਤਾ ਮੇਰੇ ਪਾਸ ਹੈ। ਤੁਸੀਂ ਵੀ ਜਾ ਰਹੇ ਹੋ ਤੇ ਮਹਾਰਾਜ ਮੈਂ ਇਕੱਲੀ ਦੁਰਭਾਗਣ ਰਹਿ ਗਈ ਹਾਂ। ਮੇਰੀ ਸਰੀਰ ਦੇ ਵਿੱਚੋਂ ਜਿੰਦ ਕਿਉਂ ਨਹੀਂ ਨਿਕਲੀ? ਮੇਰੇ ਸਰੀਰ ਵਿੱਚੋਂ ਪ੍ਰਾਣ ਕਿਉਂ ਨਹੀਂ ਨਿਕਲੇ? ਤੁਮਰੇ ਦਰਸ਼ਨ ਕੀ ਅਨੁਰਾਗਨ। ਤੁਹਾਡੇ ਦਰਸ਼ਨਾਂ ਦਾ ਮੈਨੂੰ ਵੱਡਾ ਆਸਰਾ ਸੀ ਮਹਾਰਾਜ। ਤੁਹਾਡੇ ਦਰਸ਼ਨ ਕਰਕੇ ਮੈਨੂੰ ਸਭ ਕੁਝ ਭੁੱਲ ਜਾਂਦਾ ਸੀ। ਤੁਹਾਡੇ ਦਰਸ਼ਨਾਂ ਦੀ ਮੈਂ ਅਨੁਰਾਗਣ ਹਾਂ। ਨਿਜ ਟਿਗ ਤੇ ਪੀਚੋਂ ਵਿਛੋਰੀ। ਤੇ ਮਹਾਰਾਜ ਹੁਣ ਤੁਸੀਂ ਮੈਨੂੰ ਆਪਣੇ ਤੋਂ ਵੀ ਵਿਛੋੜਨਾ ਚਾਹੁੰਦੇ ਹੋ ਤੇ ਮਹਾਰਾਜ ਮੈਂ ਕਿਵੇਂ ਧੀਰਜ ਕਰਾਂ? ਮੈਨੂੰ ਕਿਵੇਂ ਹੌਸਲਾ ਪ੍ਰਾਪਤ ਹੋਵੇ? ਸਤਿਗੁਰੂ ਹੁਣ ਤੁਸੀਂ ਮੈਨੂੰ ਆਪਣੇ ਆਪ ਤੋਂ ਵੀ ਵਿਛੋੜਨਾ ਚਾਹੁੰਦੇ ਹੋ। ਕੌਣ ਦਸ਼ਾ ਹੋਏ ਹੈ ਤਬ ਮੋਰੀ। ਜਦੋਂ ਮੈਂ ਤੁਹਾਡੇ ਤੋਂ ਵਿਛੜ ਕੇ ਇੱਥੇ ਰਹਾਂਗੀ ਮੇਰੀ ਕੀ ਦਸ਼ਾ ਹੋਵੇਗੀ, ਮੇਰੀ ਕੀ ਹਾਲਤ ਹੋਵੇਗੀ? ਤੁਮ ਸਮਰੱਥ ਉਚਿਤ ਸਭ ਕਰਬੋ। ਮਹਾਰਾਜ ਤੁਸੀਂ ਸਮਰੱਥ ਹੋ, ਸਭ ਕੁਝ ਕਰ ਸਕਦੇ ਹੋ, ਕਰਨ ਕਾਰਨ ਮਾਲਕ ਹੋ। ਮਮ ਇਤ ਚੈਤ ਜੇ ਕਰੁਣਾ ਧਰਬੋ। ਤੇ ਮਹਾਰਾਜ ਜੇ ਮੇਰੇ ਵਾਸਤੇ ਤੁਸੀਂ ਮੇਰਾ ਭਲਾ ਕਰਨਾ ਚਾਹੁੰਦੇ ਹੋ, ਮੇਰੇ ਤੇ ਕਿਰਪਾ ਕਰਨਾ ਚਾਹੁੰਦੇ ਹੋ, ਤੋ ਮਮ ਸੁਤ ਕੋ ਦਿਓ ਬਿਦਤਾਏ। ਮਹਾਰਾਜ ਤੇ ਜੇ ਤੁਸੀਂ ਮੈਨੂੰ ਆਪਣੇ ਤੋਂ ਵਿਛੋੜਨਾ ਹੈ, ਮੈਨੂੰ ਇੱਥੇ ਦਿੱਲੀ ਛੱਡ ਕੇ ਜਾਣਾ ਤੇ ਮੇਰੇ ਤੇ ਕਿਰਪਾ ਕਰੋ, ਮੇਰਾ ਪੁੱਤਰ ਦੁਬਾਰਾ ਪ੍ਰਗਟ ਕਰ ਦਿਓ ਬਾਬੇ ਅਜੀਤ ਸਿੰਘ ਨੂੰ। ਮੈਂ ਆਪਣੇ ਪੁੱਤ ਬਿਨਾ ਕਿਵੇਂ ਰਹਾਂਗੀ ਇੱਥੇ ਇਕੱਲੀ? ਮੇਰਾ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਤਾਂ ਮੈਂ ਆਪਣੀ ਜ਼ਿੰਦਗੀ ਉਹਦੇ ਆਸਰੇ ਬਤੀਤ ਕਰ ਲਵਾਂਗੀ। ਹਾਂਜੀ, ਜਿਸ ਕੋ ਪਿਖੇ ਸ਼ਾਂਤ ਚਿਤ ਪਾਏ। ਜਿਸ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ। ਰਹੋ ਇਹਾਂ ਮੈਂ ਧੀਰਜ ਧਰ ਕੇ। ਫਿਰ ਮੈਂ ਇੱਥੇ ਧੀਰਜ ਧਾਰ ਕੇ ਰਹਿ ਜਾਵਾਂਗੀ ਆਪ ਜੀ ਦਾ ਹੁਕਮ ਮੰਨ ਕੇ। ਰਾਵਰ ਧਿਆਨ ਅਰ ਸਿਮਰਨ ਕਰਕੇ। ਤੁਹਾਡਾ ਧਿਆਨ ਕਰਕੇ, ਤੁਹਾਡਾ ਸਿਮਰਨ ਕਰਕੇ ਮੈਂ ਇੱਥੇ ਰਹਿ ਜਾਵਾਂਗੀ। ਜੇ ਮੈਨੂੰ ਛੱਡ ਕੇ ਜਾਣਾ ਦਿੱਲੀ ਤਾਂ ਮੇਰਾ ਪੁੱਤਰ ਇਨਵੇਂ ਉਸੇ ਤਰ੍ਹਾਂ ਜਿਹੋ ਜਿਹਾ ਮੈਂ ਛੱਡ ਕੇ ਆਈ ਸੀ ਆਨੰਦਪੁਰ ਸਾਹਿਬ, ਉਦਾਂ ਹੀ ਮੇਰੇ ਸਾਹਮਣੀਆਂ ਅੱਖਾਂ ਦੇ ਸਾਹਮਣੇ ਉਹਨੂੰ ਪ੍ਰਗਟ ਕਰ ਦਿਓ। ਜਬ ਸੁਤ ਕੀ ਸੂਰਤ ਸਿਮਰੰਤੀ। ਕਿਉਂਕਿ ਜਦੋਂ ਮੈਂ ਆਪਣੇ ਲਾਲ ਦੀ ਸੂਰਤ ਨੂੰ ਸਿਮਰਦੀ ਹਾਂ, ਆਪਣੇ ਲਾਲ ਦੇ ਸੋਹਣੇ ਰੂਪ ਨੂੰ ਚਿਤਵਦੀ ਹਾਂ, ਮਹਾ ਕਸ਼ਟ ਤੇ ਮੈਂ ਨ ਮਰੰਤੀ। ਤੋ ਮੇਰੇ ਹਿਰਦੇ ਵਿੱਚ ਬੜੀ ਭਿਆਨਕ ਚੀਸ ਉੱਠਦੀ ਹੈ, ਦਰਦ ਉੱਠਦੀ ਹੈ, ਪਰ ਮੇਰੇ ਇਸ ਸਰੀਰ ਵਿੱਚੋਂ ਜਿੰਦ ਨਹੀਂ ਨਿਕਲਦੀ। ਏਤਕ ਦੁਖ ਪੂਰਬ ਪਾਮੋਏ। ਏਡਾ ਵੱਡਾ ਦੁੱਖ ਮੈਂ ਪਹਿਲਾਂ ਆਪਣੇ ਤੇ ਝੱਲਿਆ। ਬਿਰੈ ਆਪ ਕੇ ਕਿਆ ਗਤ ਹੋਏ। ਹੁਣ ਤੁਹਾਡੇ ਵਿਛੋੜੇ 'ਚ ਮੇਰੀ ਕੀ ਹਾਲਤ ਹੋਵੇਗੀ ਮਹਾਰਾਜ, ਉਹ ਮੈਂ ਦੱਸ ਨਹੀਂ ਸਕਦੀ, ਬਿਆਨ ਨਹੀਂ ਕਰ ਸਕਦੀ। ਕਹਿ ਅਲੰਬ ਮੈਂ ਰਹੂੰ ਦੁਖਾਰੀ। ਮੈਂ ਕਿਸ ਦੇ ਆਸਰੇ ਦੁਖੀ ਰਹਾਂਗੀ ਇੱਥੇ? ਤੁਮ ਜਗ ਗੁਰਪਤੀ ਅਸਗਤ ਵਾਰੀ। ਤੁਸੀਂ ਜਗਤ ਗੁਰੂ ਪਤੀ ਹੋਵੋ
ਤੇ ਮੈਂ ਤੁਹਾਡੀ ਅਰਧਾਂਗਣੀ ਇਹੋ ਜਿਹੇ ਹਾਲਤਾਂ ਵਿੱਚ ਰਹਾ ਮਹਾਰਾਜ, ਇਹ ਕਿਵੇਂ ਸੋਭੇਗਾ। ਸੁਤ ਕੀ ਸੂਰਤ ਮੋਏ ਦਿਖਾਵੋ, ਮੈਨੂੰ ਮੇਰੇ ਲਾਲ ਦੀ ਸੂਰਤ ਵਿਖਾ ਦਿਓ, ਮੇਰੇ ਲਾਲ ਦਾ ਰੂਪ ਵਿਖਾ ਦਿਓ। ਜਿਮ ਕਿਮ ਪੁਰੋ ਏਓ ਮਮ ਸੁਆਓ, ਜਿਵੇਂ ਕਿਵੇਂ ਕਰਕੇ ਮੇਰੇ ਮਨ ਦਾ ਇਹ ਸੁਆਓ ਆਪ ਜੀ ਪੂਰਨ ਕਰ ਦਿਓ। ਬਾਚਤ ਪੁਰਵੋ ਲਾਖਨ ਜਨ ਕੀ, ਤੁਸੀਂ ਲੱਖਾਂ ਸੇਵਕਾਂ ਦੀ ਇੱਛਾਵਾਂ ਪੂਰਨ ਕਰ ਦਿਓ ਮਹਾਰਾਜ। ਮੈਂ ਤੁਹਾਡੇ ਚਰਨਾਂ ਦੀ ਦਾਸੀ, ਮੇਰੀ ਇੱਛਾ ਵੀ ਪੂਰਨ ਕਰੋ। ਅਤਿ ਅਬਿਲਾਖਾ ਏ ਮਮ ਮਨ ਕੀ, ਮੇਰੇ ਮਨ ਦੀ ਇਹ ਬੜੀ ਵੱਡੀ ਅਤੀ ਅਬਲਾਖਾ ਹੈ। ਪੁਨ ਆਇਸ ਕੋ ਮਾਨ ਸੁਖਾਰੀ, ਫਿਰ ਮੈਂ ਤੁਹਾਡੀ ਆਗਿਆ ਨੂੰ ਸੁਖਾਲੇ ਢੰਗ ਨਾਲ ਮੰਨ ਕੇ ਰਹੋ ਵਿਚਰ ਇਸ ਪੁਰੀ ਮਝਾਰੀ। ਇਸ ਨਗਰ ਵਿੱਚ ਮੈਂ ਤੁਹਾਡੇ ਵਿਛੋੜੇ 'ਚ ਰਹਿ ਲਵਾਂਗੀ। ਘਟੋ ਘਟ ਮੈਨੂੰ ਕੋਈ ਆਸਰਾ ਤਾਂ ਹੋਵੇਗਾ ਨਾ। ਮੈਂ ਆਪਣੇ ਲਾਲ ਦੇ ਰੂਪ ਨੂੰ ਵੇਖ ਕੇ ਆਸ਼ਰਿਤ ਹੋ ਕੇ ਰਹਿ ਲਵਾਂਗੀ। ਇਤਿਆਦਿਕ ਕਹਿ ਕਹਿ ਬੋਰੋਈ, ਇਦਾਂ ਕਹਿ ਕੇ ਮਾਤਾ ਜੀ ਦੇ ਨੇਤਰ ਬਾਰ-ਬਾਰ ਭਰਦੇ ਕਲਗੀਧਰ ਜੀ ਦੇ ਵਿਛੋੜੇ ਦੀ ਤੜਫ ਵਿੱਚ। ਭਾਈ ਦੀਨ ਮਨ ਸ਼ੋਕ ਪਰੋਈ, ਇਹ ਦੁਨਿਆਵੀ ਰੌਣਾ ਨਹੀਂ ਗੁਰੂ ਖਾਲਸਾ ਜੀ, ਇਹ ਉਹ ਰੋਵੇ ਲਾਏ ਪਿਆਰੋ ਵਾਲਾ ਰੋਵਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨਿਆਵੀ ਰੋਣਾ ਹੁੰਦਾ ਆਪਣੇ ਨਿੱਜੀ ਸਵਾਰਥਾਂ ਲਈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉਹ ਰੋਣਾ ਭਲਾ ਕਿਹਾ ਜਿਹੜਾ ਪਿਆਰ ਦੇ ਵਿੱਚ ਰੋਵਣਾ ਹੋਵੇ। ਮਾਤਾ ਸੁੰਦਰੀ ਜੀ ਦਾ ਇਹ ਰੋਵਣਾ ਰੋਵੇ ਲਾਏ ਪਿਆਰੋ ਵਾਲਾ ਰੋਵਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਛੋੜੇ ਵਿੱਚ ਪ੍ਰੇਮ ਵਿੱਚ ਮਾਤਾ ਜੀ ਦੇ ਨੇਤਰ ਭਰਦੇ ਨੇ, ਦੀਨ ਮਨੇ ਹੁੰਦੇ ਨੇ। ਨਿਸਬਾਸੁਰ ਸੁਤ ਸੂਰਤ ਚਿਤਵਤ, ਰਾਤ ਦਿਨ ਆਪਣੇ ਲਾਲ ਨੂੰ ਵੀ ਚਿਤਵਦੇ ਨੇ, ਉਹਨਾਂ ਦਾ ਵੀ ਪ੍ਰੇਮ ਹਿਰਦੇ ਵਿੱਚ ਆਉਂਦਾ ਹੈ। ਦਿਓਸ ਮਨਿੰਦ ਬਰਖ ਕੇ ਬਿਤਵਤ, ਮਾਤਾ ਜੀ ਦਾ ਇੱਕ ਇੱਕ ਦਿਨ ਏਦਾਂ ਬਤੀਤ ਹੁੰਦਾ ਜਿਵੇਂ ਇੱਕ ਇੱਕ ਸਾਲ ਬੀਤਦਾ ਹੋਵੇ। ਏਦਾਂ ਵਿਛੋੜੇ ਦੇ ਵਿੱਚ ਤਾਂ ਇੱਕ ਇੱਕ ਦਿਨ ਇੱਕ ਇੱਕ ਸਾਲ ਦੇ ਸਮਾਨ ਬੀਤਦਾ। ਗੁਰਬਾਣੀ ਦਾ ਮਹਾਵਾਕ ਹੈ, ਚਾਰ ਪਹਿਰ ਚਹੁ ਜੁਗ ਹੈ ਸਮਾਨੀ। ਏ ਵਾਹਿਗੁਰੂ, ਤੇਰੇ ਵਿਛੋੜੇ ਦੇ ਵਿੱਚ ਚਾਰ ਪਹਿਰ ਮੈਨੂੰ ਚਾਰ ਜੁਗਾਂ ਦੇ ਸਮਾਨ ਬਤੀਤ ਹੁੰਦੇ ਐ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਇਹ ਉਹ ਖੇਡ ਹੈ। ਹਾਂਜੀ, ਦੋਹਰਾ ਦੀਨ ਮਨਾ ਅਤ ਸੁੰਦਰੀ, ਪਤੀ ਬਰਤਾ ਤ੍ਰਿਤਵੰਤ। ਮਾਤਾ ਜੀ ਬੜੇ ਦੀਨ ਮਨੇ ਹੋਏ ਬੇਨਤੀ ਕਰਦੇ ਨੇ। ਪਤਵਰਤਾ ਧਰਮ ਚ ਮਹਾਨ ਪਤਵਰਤਾ ਇਸਤਰੀ ਨੇ ਮਾਤਾ ਸੁੰਦਰੀ ਜੀ, ਔਰ ਮਹਾਨ ਧੀਰਜਵੰਤ ਵੀ ਨੇ। ਤਦੇ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ 39 ਸਾਲਾਂ ਤੱਕ ਪੰਥ ਦੀ ਸੇਵਾ ਕੀਤੀ ਮਾਤਾ ਸੁੰਦਰੀ ਜੀ। ਹਾਂਜੀ, ਬਹੁ ਸਮਤਾ ਦੀਰਗ ਦੁਸੈ, ਜਬ ਇਮ ਪੰਨਿਓ ਬਿਰਤੰਤ। ਤੋਂ ਬਹੁਤ ਜ਼ਿਆਦਾ ਹਿਰਦੇ ਦੇ ਵਿੱਚ ਮਾਤਾ ਜੀ ਨੂੰ ਬਿਰਹਾ ਤੁਰ ਵੇਖਿਆ। ਕਲਗੀਧਰ ਜੀ ਨੇ ਨਿਮਰਤਾ ਨਾਲ ਬਹੁਤ ਦੁੱਖ ਜਦੋਂ ਦੱਸਿਆ। ਚੋਪਈ ਸ਼੍ਰੀ ਸਤਿਗੁਰ ਸੁਨ ਕੈ ਸਭ ਬਾਨੀ। ਸੁੰਦਰੀ ਜੀ ਦੀ ਬੇਨਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੁਣੀ। ਦੀਨ ਹਰਕ ਮ੍ਰਿਦ ਕੀਨ ਬਖਾਨੀ। ਸੁੰਦਰੀ ਜੀ ਨੂੰ ਹਰਖ ਖੁਸ਼ੀ ਦੇਣ ਲਈ, ਉਹਨਾਂ ਦਾ ਹਿਰਦਾ ਇੱਕ ਰਸ ਅਵਸਥਾ ਚ ਟਿਕਾਉਣ ਲਈ ਕਿ ਜਿੱਥੇ ਜਾ ਕੇ ਦਵੰਦ ਨਾ ਰਹੇ, ਦੁੱਖ ਸੁੱਖ ਹਰਕ ਸੋਗ ਮਾਨ ਅਪਮਾਨ ਦੀ ਬਿਰਤੀ ਤੋਂ ਪਰੇ ਦੀ ਖੇਡ ਜਿਹੜੀ ਹੈ, ਉਹ ਕਲਗੀਧਰ ਜੀ ਮਾਤਾ ਸੁੰਦਰੀ ਜੀ ਨੂੰ ਦ੍ਰਿੜ ਕਰਾਉਣ ਲਈ ਬੋਲੇ। ਹੇ ਸ਼ੁਭ ਮਤੇ ਅਖਿਲ ਜੇ ਲੋਕ। ਪਾਤਸ਼ਾਹ ਮਾਤਾ ਸੁੰਦਰੀ ਜੀ ਨੂੰ ਜੋ ਉਪਦੇਸ਼ ਦੇ ਰਹੇ ਨੇ, ਪ੍ਰਥਾਏ ਭਾਵੇਂ ਮਾਤਾ ਸੁੰਦਰੀ ਜੀ ਦੇ ਉਚਾਰਨ ਕਰ ਰਹੇ ਨੇ, ਪਰ ਹੈ ਸਾਡੇ ਸਾਰਿਆਂ ਲਈ ਸਾਂਝਾ ਉਪਦੇਸ਼। ਪ੍ਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਭਾਵੇਂ ਮਾਤਾ ਸੁੰਦਰੀ ਜੀ ਨੂੰ ਸੰਬੋਧਨ ਹੋ ਕੇ ਉਚਾਰਨ ਕਰ ਰਹੇ ਨੇ, ਪਰ ਹੁਕਮ ਸਾਡੇ ਸਾਰਿਆਂ ਲਈ ਹੈ ਕਲਗੀਧਰ ਦਾ। ਮਹਾਰਾਜ ਜੀ ਕਹਿੰਦੇ, ਹੇ ਸ਼ੁਭ ਮਤੇ, ਹੇ ਸ਼ੁਭ ਮਤ ਵਾਲੀ ਸੁੰਦਰੀ ਜੀ,
अखिल जे लोक, ये जितने भी लोक ने, लोक का मतलब ये मात लोक है, ब्रह्म लोक है, शिव लोक है, पताल लोक है, आकाश लोक है, ये जिन्ने भी लोक दसे जाते हैं। माता सुंदरी जी, माता साहिब देवा जी और माता जीतो जी, कलगीधर दे 3 महल ने। सत्कारयोग माता जीतो जी आनंदपुर साहब जदों सतगुरु विराजमान सन तो इत्थे माता जीतो जी सचखंड गमन कर गए। उन्हां दे शरीर दा अंतिम संस्कार गुरुद्वारा अगमपुरा साहब विखे कीता गया, जो आनंदपुर साहब माता जी का स्थान। तो सत्कारयोग माता सुंदरी जी और साहब देवा जी दिल्ली च काफ़ी समा रहे। कलगीधर दे सचखंड जाण तो बाद पहला माता साहब देवा जी तकरीबन 2 दहाके का समा माता साहब देवा जी रहे। उन्हां दे पावन शरीर का अंतिम संस्कार गुरुद्वारा बाला साहिब, जिथे 8वें पातशाह जी दे पावन शरीर का संस्कार, उत्थे नेड़े माता साहब देवा जी का अंगीठा। जदों माता सुंदरी जी ने शरीर त्यागया तो उन्हां दा भी अंतिम संस्कार गुरुद्वारा बाला साहिब दिल्ली विखे। तो इदा 3 अंगीठे ने, 3 मातावां दे वक्खो वखरे ने। कई भरम पाउंदे है कि इक्को माता जी सन, पहला नां जीतो सी, बाद च उन्हां दा नां सुंदरी कह दिता, फिर जी उन्होंने अमृत छक लिया तो साहब देवा जी हो गए। ये उदा ही भरम पाउंदे आ। 3 महल सन कलगीधर दे, तो 3 दे वक्खो वखरे अंगीठे भी ने, वो प्रमाण है। फिर 3 दे स्थान जिहड़े ने वक्खो वखरे ने, पिता उन्हां दे नगर वो भी वक्खो वखरे हैं। तो ये भरम जिहड़ा पाया जाता है, ये गुरु साहब नूं अपने वर्गा समझते हैं। सतगुरु जी बादशाह दरवेश हैं, वो पातशाह ने, गुरु के सिख ने वो करना जो गुरु ने कहा, गुरु ने जो कीता वो सिख ने नहीं करना। ये फर्क है, समझ लेना। गुर कहे आसाकार कमाव हो, गुर की करनी काहे धावो। कहते जी गुरु साहब दे 3 महल ने, सानू तां कहते एक विआह करो, तुसीं एक ही करा के उहदी संभाल चंगी तरह कर लो तां भी बड़ी बहादरी है। कलेश तां एक नाल भी पा छड्डदे ने। सतगुरु जी का हुक्म है कि तुसीं एका नारी जति होना, वो सिख लई करतव्य है। गुरु पातशाह जी की की करनी है, ਉਹਦੇ ते सिख ने नहीं चलना। ये गुरबाणी का महावाक है, गुर कहया साकार कमावो, गुर की करनी काहे धावो। गुरु वर्गी करनी असीं किते कर सकते हैं? उन्हां दा जो हुक्म है वो सिख ने पालना। ये भरम जिहड़ा पाया जाता है, मैं इस करके बचन स्पष्ट कीते ने भी 3 मातावां दे 3 अंगीठे वक्खो वखरे ने। हुक्मनामे मातावां दे लिखे, माता साहब देवां दा हत्थां दा लिखिया हुक्मनामा मिलदा, वो वखरे दस्तखत ने माता जी दे। माता सुंदरी जी दे हुक्मनामे दे दस्तखत उन्हां दे वखरे ने। जे इक्को ही होण ते हुक्मनामे वक्खो वखरे क्यों ने भाई? इस करके ये जिहड़ा वहम, ये जिहड़ा भरम पाया जांदा है, इहदे तो सुचेत रहना है। ये जान बुझ के, क्योंकि विवाद पाना कईयां दा सुभाव हुंदा भी भरम पा छड्डो, उंदा ही आपस लड़ी जाण, बहसी जाण, झगड़ा करी जाण, विवाद कोई होर मुद्दा ना मिले घटो घट आ ही बना लैण भी जदों इकट्ठे होके बहण, इकट्ठे ना बहण, लड़ पैण, एक दूजे दीयां पग्गां लाहण तक जाण। ये सरकारी पालिसियां हुंदियां भी इकट्ठे ना रहण। खैर, तो सतगुरु जी ने माता सुंदरी जी नूं उपदेश दिता है, हे शुभ मते अखिल जे लोक। हे शुभ मते सुंदरी जी, आ जितने भी लोक ने, यानी कि जितनी भी संसार दी ए प्रपंच जो भी तुसी वेख रहे हो, नाम रूप नाना अविलोक। ये जो नाम रूप करके नाना तरह का नजर आउंदा ना, नाना तब है, नाना रूप, नाना जाके रंग, नाना का मतलब अनेक प्रकार दे, ये नाम करके रूप करके जो भी ये नाना तब दिसदा है। बिन संहार सकलई आए। बादशाह कहंदे सारा कुछ बिनसन वाला है।
ਇਹ ਸਭ ਕੁਝ ਬਿਨਸਣ ਵਾਲਾ ਹੈ। ਇਹ ਨਾਮ ਰੂਪ ਜਿਤਨਾ ਵੀ ਨਾਨਾ ਪ੍ਰਕਾਰ ਦਾ ਪਸਾਰਾ ਹੈ, ਕਲਗੀਧਰ ਸੁਆਮੀ ਕਹਿੰਦੇ ਸਭ ਬਿਨਸਣ ਵਾਲਾ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਇਹ ਸਭ ਕੁਝ ਝੂਠ ਹੈ। ਸੁੰਦਰੀ ਜੀ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਇਹ ਸਭ ਝੂਠ ਹੈ, ਇਹ ਨਾਸ਼ਵਾਨ ਹੈ। ਭੂਤ ਜੋ ਹੋਤੇ ਭਵਿੱਖ ਨਾ ਰਹੇ, ਜੋ ਭੂਤ ਕਾਲ ਵਿੱਚ ਪਿੱਛੇ ਸੀ ਉਹ ਭਵਿੱਖ ਵਿੱਚ ਨਹੀਂ ਰਹਿਣਾ। ਕਿਤਨਾ ਕੁਝ ਭੂਤ ਕਾਲ ਚ ਸੀ, ਭਵਿੱਖ ਵਿੱਚ ਨਹੀਂ ਹੈ। ਜੋ ਭੂਤ ਕਾਲ ਵਿੱਚ ਸੀ ਭਵਿੱਖ ਵਿੱਚ ਨਹੀਂ ਰਹਿਣਾ। ਆਪਨ ਧਰਮ ਗਾਢੋ ਕਰ ਮਰੇ। ਮਹਾਰਾਜ ਜੀ ਕਹਿੰਦੇ ਸੁੰਦਰੀ ਜੀ, ਮਰਨਾ ਤਾਂ ਹੈ ਹੀ ਹੈ, ਪਰ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਕੇ ਪੱਕੇ ਹੋ ਕੇ ਮਰਨਾ। ਸੋ ਨਰ ਤਨ ਸਿੰਧ ਜਗ ਤਰੇ। ਉਹ ਨਰ ਧਨ ਹਨ ਜਿਹੜੇ ਆਪਣੇ ਧਰਮ 'ਚ ਪੱਕਿਆਂ ਰਹਿ ਕੇ ਮਰਦੇ, ਕਿਉਂਕਿ ਮਰਨਾ ਤਾਂ ਸੱਚ ਹੈ ਹੀ ਹੈ ਨਾ। ਪਰ ਆਪਣੇ ਧਰਮ 'ਚ ਪੱਕਿਆਂ ਰਹਿ ਕੇ ਪਰਪੱਕ ਰਹਿ ਕੇ ਮਰਨਾ ਉਹ ਧਨ ਨੇ, ਔਰ ਇਸ ਜਗਤ ਰੂਪੀ ਸਿੰਧ ਤੋਂ ਪਾਰ ਉਤਰ ਜਾਂਦੇ ਹਨ। ਨਰ ਤਨ ਪ੍ਰਾਪਤ ਕੋ ਏ ਕਾਜਾ। ਮਨੁੱਖੀ ਸਰੀਰ ਨੂੰ ਪ੍ਰਾਪਤ ਕਰਨ ਦਾ ਇਹ ਕਾਰਜ ਹੈ। ਤਰਨ ਸਮਾਨ ਜਹਾਜਾ। ਇਹਨੂੰ ਜਹਾਜ਼ ਵਾਂਗੂ ਤਰਨੇ ਤੇ ਤਾਰਨੇ ਲਈ ਵਰਤੇ ਮਨੁੱਖੀ ਸਰੀਰ ਨੂੰ। ਜਿਵੇਂ ਜਹਾਜ਼ ਆਪ ਵੀ ਤਰਦਾ ਤੇ ਤਾਰਦਾ ਵੀ ਹੈ, ਪਾਤਸ਼ਾਹ ਕਹਿੰਦੇ ਇਸ ਮਨੁੱਖੀ ਸਰੀਰ ਨੂੰ ਜਹਾਜ਼ ਵਾਂਗੂ ਜਾਣੋ, ਇਹਨੂੰ ਤਰਨ ਲਈ ਔਰ ਤਾਰਨ ਲਈ ਵਰਤੋ। ਆਪ ਵੀ ਤਰੋ, ਜਿਹੜਾ ਤੁਹਾਡੀ ਸੰਗਤ ਕਰੇ ਉਹ ਵੀ ਤਰੇ। ਇਹਨੂੰ ਇਸ ਤਰੀਕੇ ਨਾਲ ਇਹਦੀ ਵਰਤੋਂ ਕਰੋ। ਤੋ ਸੁਤ ਧਰਮ ਛਤਰੀਅਨ ਕੇਰਾ। ਤੇ ਰਹੀ ਬਾਤ ਤੁਹਾਡੇ ਪੁੱਤਰ ਅਜੀਤ ਸਿੰਘ ਦੀ, ਤਾਂ ਮਹਾਰਾਜ ਜੀ ਕਹਿੰਦੇ ਜੋ ਛਤਰੀ ਦਾ ਧਰਮ ਹੁੰਦਾ, ਛਤਰੀ ਛਤਰੀ ਕਿਸ ਨੂੰ? ਛਤਰੀ ਜਨਮ ਤੋਂ ਛਤਰੀ ਨਹੀਂ ਹੁੰਦਾ। ਇੱਕ ਗੱਲ ਤਾਂ ਇਹ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਵੀ ਜਾਤੀ ਜਨਮ ਤੋਂ ਨਹੀਂ ਹੁੰਦੀ, ਜਾਤੀ ਕਰਮ ਤੋਂ ਹੁੰਦੀ ਹੈ। ਛਤਰੀ ਸ਼ੂਦਰ ਦੇ ਘਰ 'ਚ ਜਨਮ ਲੈ ਕੇ ਸ਼ਸਤਰ ਧਾਰਨ ਕਰਕੇ ਰਣ ਭੂਮੀ ਦੀ, ਜੰਗ ਦੇ ਮੈਦਾਨ ਦੀ, ਆਪਣੇ ਨਿਜ ਕਸ਼ੇਤਰ ਦੀ ਰੱਖਿਆ ਕਰੇ, ਉਹ ਛਤਰੀ ਹੈ, ਭਾਵੇਂ ਸ਼ੂਦਰ ਦੇ ਘਰ ਕਿਉਂ ਨਾ ਜਨਮ ਹੋਇਆ ਹੋਵੇ। ਤੋ ਇਹ ਜਿਹੜੇ ਵਰਨ ਬਣਾਏ ਸੀ ਇਹ ਕਰਮ ਤੋਂ ਬਣਾਏ ਗਏ ਸੀ, ਨਾ ਤੇ ਜਨਮ ਤੋਂ ਬਣਾਏ ਗਏ ਸੀ। ਮਹਾਰਾਜ ਜੀ ਕਹਿੰਦੇ ਤੁਹਾਡਾ ਪੁੱਤਰ ਛਤਰੀ ਧਰਮ ਦੀ ਜਿਹੜੀ ਪਾਲਣਾ ਹੈ, ਉਸ ਛਤਰੀ ਧਰਮ ਦੀ ਪਾਲਣਾ ਕਰਕੇ ਰਣ ਮੈਂ ਸੋ ਨਿਰਬਹਾ ਬਡੇਰਾ। ਉਹਨਾਂ ਨੇ ਰਣ ਭੂਮੀ 'ਚ ਚਮਕੌਰ ਦੇ ਜੰਗ ਵਿੱਚ ਆਪਣੇ ਉਸ ਛਤਰੀ ਧਰਮ ਦਾ ਨਿਰਵਾਹ ਕੀਤਾ ਹੈ। ਜੋ ਇੱਕ ਛਤਰੀ ਦਾ ਧਰਮ ਹੁੰਦਾ ਹੈ, ਉਸ ਛਤਰੀ ਧਰਮ ਦਾ ਨਿਰਵਾਹ ਕੀਤਾ। ਛਤਰੀ ਕੋ ਪੂਤ ਹੋ ਬਾमण को नह, कह तप आवत हो जो करो और जंजार जितो ग्रह को, तो त्याग कहाँ चित ताम है धरो। अब रीझ कहते हो वह हमको जो हो बिनती कर जोर करो, जब आव की औद निदान बनाया तो ही रण में तब जूझ मरो। छतरी का धर्म है। छतरी का धर्म यह नहीं कि मंजे दे उत्ते पिया तड़फ तड़फ के मर जाए। छतरी का ओदी तां इच्छा हुंदी है कि जदों मरा रण भूमि विच अपने देश लई, अपनी कौम लई, अपने धर्म लई मैं अपना आपा कुर्बान कर दियां। ये छतरी का धर्म हुंदा। खालसे नूं चार वर्णा विच इकट्ठा करके महाराज जी ने खालसा बनाया है। खालसा ब्राह्मण भी है, खालसा छतरी भी है, खालसा शूद्र भी है, ते खालसा वैश्य भी है। तुसीं आखोगे भी चारे वर्ण खालसे, क्योंकि चारा वर्णा नूं इकट्ठा कीता ना खालसे विच महाराज जी ने। किसी एक वर्ण का तो नहीं खालसा बनाया। उत्थे शूद्र भी आए, वैश्य भी आए, छतरी भी आए, ब्राह्मण भी महाराज जी के चरनां 'च हाज़र होए। जदों अमृत वेले उठदा, नितनेम करदा, इशनान पान करके साफ सुथरे वस्त्र पहन के देवतियां वांगू चौंकड़ा ला के गुरबाणी पढ़दा, उदों ये ब्राह्मण का धर्म। क्योंकि ब्राह्मण कौन?
ਜੋ ਬ੍ਰਹਮ ਨੂੰ ਜਾਣੇ। ਬ੍ਰਹਮ ਜਾਣਨ ਵਾਸਤੇ ਉਦੋਂ ਬੈਠਦਾ, ਉਦੋਂ ਬ੍ਰਾਹਮਣ ਦਾ ਧਰਮ ਨਿਭਾਉਂਦਾ। ਦਿਨ ਚੜ੍ਹਦਾ ਗੁਰੂ ਘਰ ਆਉਂਦਾ, ਝਾੜੂ ਫੜ ਲੈਂਦਾ, ਜੋੜੇ ਝਾੜਨ ਵਾਸਤੇ ਬੁਰਸ਼ ਫੜ ਲੈਂਦਾ, ਆਪਣਾ ਰੇਸ਼ਮ ਦਾ ਰੁਮਾਲ ਕੱਢ ਕੇ ਜੋੜੇ ਝਾੜਨੇ ਸ਼ੁਰੂ ਕਰ ਦਿੰਦਾ। ਇਹ ਜਿਹੜਾ ਸੇਵਾ ਦਾ ਭਾਵ ਹੈ, ਇਹ ਸ਼ੂਦਰ ਧਰਮ ਦੀ ਪਾਲਣਾ ਹੈ। ਉਦੋਂ ਸ਼ੂਦਰ ਧਰਮ ਦੀ ਪਾਲਣਾ ਕਰਦਾ। ਫਿਰ ਥੋੜੀ ਜੀ ਲੋ ਲੱਗ ਜਾਏ, ਦਿਨ ਚੜ ਜਾਏ ਤੇ ਦੁਕਾਨ ਤੇ ਬਹਿ ਜਾਂਦਾ, ਹਲ ਲੈ ਕੇ ਖੇਤਾਂ 'ਚ ਵਾਹਣਾ ਸ਼ੁਰੂ ਕਰ ਦਿੰਦਾ, ਖੇਤ ਵਪਾਰ ਕਰਨਾ ਸ਼ੁਰੂ ਕਰ ਦਿੰਦਾ। ਉਦੋਂ ਵੈਸ਼ ਧਰਮ ਦੀ ਪਾਲਣਾ ਕਰਦਾ ਹੈ। ਉਦੋਂ ਵੈਸ਼ ਧਰਮ, ਕਿਉਂਕਿ ਇਹ ਵੈਸ਼ ਦੇ ਕਰਮ ਨੇ, ਉਦੋਂ ਵੈਸ਼ ਧਰਮ ਦੀ ਪਾਲਣਾ ਕਰਨੀ। ਹੁਣ ਸਿਵਾ ਅੰਮ੍ਰਿਤ ਵੇਲੇ ਬੈਠਾ ਜਾਂ ਜੋੜੇ ਝਾੜ ਰਿਹਾ, ਸੇਵਾ ਕਰ ਰਿਹਾ, ਉਸ ਵੇਲੇ ਬੈਠਾ ਸ਼ੂਦਰ ਧਰਮ ਦੀ ਪਾਲਣਾ ਕਰਦਾ, ਜਾਂ ਦੁਕਾਨ ਤੇ ਬੈਠਾ ਖੇਤਾਂ 'ਚ ਹਲ ਵਾਹ ਰਿਹਾ। ਅਚਾਨਕ ਇਹਦੇ ਕੰਨਾਂ 'ਚ ਆਵਾਜ਼ ਪਈ ਕਿ ਅਬਦਾਲੀ ਚੜ੍ਹ ਕੇ ਆਇਆ, ਹਿੰਦੁਸਤਾਨ ਨੂੰ ਲੁੱਟਣ ਵਾਸਤੇ ਨਾਦਰ ਚੜ੍ਹ ਕੇ ਆਇਆ, ਜਰਵਾਣੇ ਆਏ ਨੇ ਚੜ੍ਹ ਕੇ। ਉਸ ਵੇਲੇ ਆਪਣੇ ਬ੍ਰਾਹਮਣ ਧਰਮ ਨੂੰ ਵੀ ਛੱਡ ਕੇ, ਸ਼ੂਦਰ ਧਰਮ ਨੂੰ ਵੀ ਛੱਡ ਕੇ, ਵੈਸ਼ ਧਰਮ ਨੂੰ ਵੀ ਛੱਡ ਕੇ, ਆਪਣੀ ਸਦਾ ਦੀ ਸਾਥਣ ਮਿਆਨ 'ਚੋਂ ਤਲਵਾਰ ਧੂ ਕੇ ਜੰਗ ਦੇ ਮੈਦਾਨ ਵਿੱਚ ਫਿਰ ਆਪਣੇ ਛਤਰੀ ਧਰਮ ਦੀ ਪਾਲਣਾ ਕਰਦਾ। ਤੋ ਖਾਲਸੇ 'ਚ ਤਾਂ ਚਾਰੇ ਵਰਣ ਨੇ, ਫਿਰ ਇੱਕ ਵਰਣ ਦਾ ਖਾਲਸਾ ਕਿਵੇਂ ਹੋਇਆ ਭਾਈ? ਹਾਂ, ਚਾਰਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦਿੱਤਾ ਮਹਾਰਾਜ ਜੀ ਨੇ। ਇੱਕੋ ਸਰੀਰ ਦੇ ਵਿੱਚ ਚਾਰਾਂ ਵਰਣਾਂ ਨੂੰ ਇਕੱਠਾ ਕਰ ਦਿੱਤਾ। ਏਦਾਂ ਚਾਰ ਵਰਣ ਇੱਕ ਵਰਣ ਕਰੀਜੈ, ਚੌ ਵਰਣਾਂ ਨੂੰ ਇੱਕ ਵਰਣ ਬਣਾ ਦਿੱਤਾ, ਖਾਲਸੇ ਦੇ ਵਿੱਚ ਤਬਦੀਲ ਕਰ ਦਿੱਤਾ। ਪਰ ਜਦੋਂ ਕੰਮ ਕਰਨੇ ਨੇ ਚਾਰਾਂ ਨੇ, ਉਹ ਵੱਖੋ ਵੱਖਰੇ ਤਰੀਕੇ ਨਾਲ ਉਹ ਵੀ ਹੋਣੇ ਨੇ। ਪਰ ਇੱਥੇ ਕੋਈ ਭੇਦ ਭਾਵ ਨਹੀਂ ਹੈ। ਛਤਰੀ ਦਾ ਜਿਹੜਾ ਧਰਮ ਹੈ, ਮਹਾਰਾਜ ਜੀ ਦੱਸ ਰਹੇ ਨੇ, ਸੁੰਦਰੀ ਜੀ ਤੁਹਾਡੇ ਪੁੱਤਰ ਨੇ ਛਤਰੀ ਧਰਮ ਨੂੰ ਨਿਰਵਾਹਿਆ ਹੈ। ਉਹਨਾਂ ਨੇ ਰਣ ਭੂਮੀ ਵਿੱਚ ਆਪਣੇ ਛਤਰੀ ਧਰਮ ਦਾ ਨਿਰਵਾਹ ਕੀਤਾ ਹੈ। ਸ਼ਤਰੂ ਸੈਂਕੜੇ ਖੇਤ ਗਿਰਾਏ, ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਹਜ਼ਾਰਾਂ ਸ਼ਤਰੂਆਂ ਨੂੰ, ਹਜ਼ਾਰਾਂ ਦੁਸ਼ਮਣਾਂ ਨੂੰ ਰਣ ਭੂਮੀ 'ਚ ਮਾਰ ਕੇ ਸੁੱਟਿਆ। ਤੁਹਾਡੇ ਲਾਲ ਅਜੀਤ ਸਿੰਘ ਨੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ। ਆਪ ਜੂਝ ਸੁਰ ਲੋਕ ਸਿਧਾਏ, ਔਰ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਅਖੀਰ ਨੂੰ ਆਪ ਜੂਝ ਕੇ ਤੁਹਾਡੇ ਸਪੁੱਤਰ ਸਾਹਿਬ ਅਜੀਤ ਸਿੰਘ ਜੀ ਸੂਰਮ ਗਤੀ ਨੂੰ ਪ੍ਰਾਪਤ ਹੋਏ ਹਨ। ਉਹ ਵੀਰ ਗਤੀ ਨੂੰ ਪ੍ਰਾਪਤ ਹੋਏ ਹਨ। ਜੈ ਸਭ ਰੀਤਨ ਕੇ ਸੁਖ ਆਏ। ਤੇ ਤੁਹਾਨੂੰ ਦਸੀਏ ਵੀ ਤੁਹਾਡੇ ਸਾਹਿਬ ਇਸ ਵੇਲੇ ਸਾਹਿਬਜ਼ਾਦੇ ਕਿੱਥੇ ਨੇ? ਮਹਾਰਾਜ ਜੀ ਕਹਿੰਦੇ ਸੁਣੋ, ਤੁਹਾਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਇਸ ਵਕਤ ਉਸ ਜਗ੍ਹਾ ਤੇ ਹਨ ਵੇਦ ਪੁਰਾਨ ਸਾਖ ਸਭ ਕਹੈ, ਜਿੱਥੇ ਸਰਬ ਰੀਤੀਆਂ ਦਾ ਸੁੱਖ ਹੀ ਸੁੱਖ ਹੈ। ਬੇਗਮਪੁਰਾ ਸ਼ਹਿਰ ਕੋ ਨਾਓ। ਤੁਹਾਡੇ ਲਾਲ ਜੀ ਇਸ ਵਕਤ ਉੱਥੇ ਸੁੱਖ ਮਾਣਦੇ ਐ। ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਬਾਬਤ ਵੇਦਾਂ ਵਿੱਚ, ਪੁਰਾਣਾਂ ਵਿੱਚ ਇਹ ਸਾਖ ਕਹੀ ਹੈ, ਸਿੱਖਿਆ ਕਹੀ ਹੈ, ਖੋੜ ਸਬਰਖ ਆਰ ਬਲ ਤਨ ਕੀ। ਹੁਣ ਉਦਾਹਰਣ ਦਿੰਦੇ ਨੇ, ਕਹਿੰਦੇ 16 ਸਾਲ ਦੀ ਉਮਰ ਹੋਵੇ ਸਰੀਰ ਦੀ, ਯਾਨੀ ਕਿ ਕਿਸ਼ੋਰ ਅਵਸਥਾ ਵਿੱਚ ਹੋਵੇ, ਸਭ ਪ੍ਰਾਪਤ ਅਭਿਲਾਖਾ ਮਨ ਕੀ। 16 ਸਾਲ ਦੀ ਉਮਰ ਦੇ ਵਿੱਚ ਹੀ ਸਾਰੀਆਂ ਭਲਾਖਾਂ ਪੂਰਨ ਹੋ ਜਾਣ, ਸਾਰੇ ਸੁੱਖ ਪ੍ਰਾਪਤ ਹੋ ਜਾਣ। ਚੱਕਰਵਰਤ ਮੈਂ ਮੰਡਲ ਰਾਜੂ, ਚੱਕਰਵਰਤੀ ਰਾਜਾ ਬਣ ਜੇ, ਸਾਰੀ ਧਰਤੀ ਦਾ ਰਾਜ ਉਹਨੂੰ ਮਿਲ ਜੇ 16 ਵਰਿਆਂ ਦੀ ਉਮਰ ਵਿੱਚ ਹੀ। ਹਾਂਜੀ, ਮਿਟੇ ਨਾ ਆਇਸ ਕਿਤੋਂ ਕੁਕਾਜੂ। ਔਰ ਪੂਰੀ ਧਰਤੀ ਦੇ ਉੱਤੇ ਜਿੱਥੇ ਵੀ ਹੁਕਮ ਕਰੇ ਉਹਦੀ ਹੁਕਮ ਦੀ ਉਲੰਘਣਾ ਨਾ ਹੋਵੇ, ਹਰ ਜਗ੍ਹਾ ਤੇ, ਹਰ ਥਾਂ ਤੇ ਉਹਦੀ ਆਗਿਆ ਨੂੰ ਮੰਨਿਆ ਜਾਂਦਾ ਹੋਵੇ, ਔਰ ਉਹਦੇ ਹੁਕਮ ਨੂੰ ਉਲੰਘ ਕੇ ਕੋਈ ਕੁਕਾਜ ਨਾ ਕੀਤਾ ਜਾਵੇ, ਯਾਨੀ ਕਿ ਸੁਖ ਦਾ ਰਾਜ ਹੋਵੇ ਉਹਦੇ ਕੋਲ। ਕਰਨ ਰਮਨ ਰਮਨੀਨ ਨਵੀਨ, ਔਰ ਭਰ ਜਵਾਨੀ ਦੀ ਅਵਸਥਾ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਰਾਣੀਆਂ ਦਾ ਸੁਖ ਭੋਗ ਆਦਿਕ ਜਿਹੜੇ ਨੇ ਉਹ ਰਾਜੇ ਭੋਗਣ। ਇਤਿਆਦਿਕ ਆਨੰਦ ਜਗ ਪੀਨ, ਇਤਿਆਦਿਕ ਜਿਹੜੇ ਜਗਤ ਦੇ ਆਨੰਦ ਦੱਸੇ ਜਾਂਦੇ ਨੇ, ਸਾਰੇ ਇਹਦੇ ਤੋਂ ਇਲਾਵਾ ਹੋਰ ਵੀ ਜਿੰਨੇ ਸੁਖ, ਕਈ ਪ੍ਰਕਾਰ ਦੇ ਪਕਵਾਨਾਂ ਦਾ ਰਸ,
ਸੰਸਾਰ ਦੇ ਭੋਗਾਂ ਦਾ ਰਸ ਚੱਕਰਵਰਤੀ ਰਾਜਾ ਹੋ ਕੇ ਮਾਣਨਾ। ਜਿਸ ਆਨੰਦ ਕੋ ਕਨਕਾ ਏਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਚੱਕਰਵਰਤੀ ਬਾਦਸ਼ਾਹ ਦਾ ਜਿਹੜਾ ਸੁੱਖ ਹੁੰਦਾ ਧਰਤੀ ਦਾ, 16 ਸਾਲ ਦੀ ਉਮਰ 'ਚ ਰਾਜ ਮਿਲ ਜਾਏ, ਸਾਰੇ ਸੁੱਖ ਸਾਰੇ ਆਨੰਦ। ਕਹਿੰਦੇ ਜਿੱਥੇ ਤੁਹਾਡੇ ਲਾਲ ਅਜੀਤ ਸਿੰਘ ਜੀ ਜਿਸ ਸੁੱਖ 'ਚ ਟਿਕੇ ਨੇ ਨਾ, ਜਿਸ ਸੁੱਖ ਦੇ ਆਨੰਦ ਵਿੱਚ, ਆ ਦੁਨੀਆ ਦੇ ਜਿੰਨੇ ਸੁੱਖ ਨੇ, ਇਹ ਸੁੱਖ ਉੱਥੇ ਉਸ ਆਨੰਦ ਦੇ ਸਾਹਮਣੇ ਇੱਕ ਕਿਣਕੇ ਦੇ ਸਮਾਨ ਹਨ। ਇਹ ਪੈਰਾਮੀਟਰ ਇੱਕ ਪ੍ਰਕਾਰ ਦਾ ਨਾ, ਜਿਹਦੇ ਨਾਲ ਪੈਮਾਨਾ ਮਾਪਿਆ ਜਾ ਰਿਹਾ ਹੈ ਵੀ ਉਹ ਬ੍ਰਹਮ ਸੁੱਖ, ਉਹ ਬ੍ਰਹਮ ਆਨੰਦ, ਉਸ ਬ੍ਰਹਮ ਆਨੰਦ ਦੇ ਸਾਹਮਣੇ ਆ ਦੁਨੀਆ ਦੇ ਜਿਤਨੇ ਸੁੱਖ ਨੇ ਇਹ ਕਿਨਕਾ ਮਾਤਰ ਹਨ। ਹਾਂਜੀ, ਤਿਸ ਆਨੰਦ ਸੋ ਮਿਲਿਓ ਅੱਛੇ ਹੋ। ਇਹੋ ਜੇ ਬ੍ਰਹਮ ਆਨੰਦ ਵਿੱਚ, ਪਰਮ ਆਨੰਦ ਵਿੱਚ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ ਉਸ ਪਰਮ ਆਨੰਦ ਵਿੱਚ ਜਾ ਕੇ ਟਿਕ ਗਏ ਨੇ, ਜਿਸ ਆਨੰਦ ਦਾ ਇੱਕ ਕਿਨਕਾ ਮਾਤਰ ਹੈ ਦੁਨੀਆ ਦਾ ਸਾਰਾ ਆਨੰਦ। ਹਾਂਜੀ, ਨਿਜ ਨੰਦਨ ਆਨੰਦ ਬਿਲੰਦ। ਇਸ ਤਰ੍ਹਾਂ ਤੁਸੀਂ ਆਪਣੇ ਸਾਹਿਬਜ਼ਾਦੇ ਨੂੰ ਉਸ ਬਿਲੰਦ ਵੱਡੇ ਆਨੰਦ ਵਿੱਚ ਟਿਕਿਆ ਜਾਣੋ। ਨਿਸ਼ਚੇ ਜਾਣ ਲਿਓ ਮਤਵੰਦ। ਏ ਸੁਭਮਤੇ ਸੁੰਦਰੀ ਜੀ, ਇਸ ਗੱਲ ਨੂੰ ਤੁਸੀਂ ਨਿਸ਼ਚੇ ਕਰਕੇ ਆਪਣੇ ਹਿਰਦੇ 'ਚ ਜਾਣ ਲਓ। ਅਸੀਂ ਜੋ ਕਹਿ ਰਹੇ ਹਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇਹਦੇ 'ਚ ਕੋਈ ਦੁਚਿਤੀ ਨਹੀਂ ਹੈ। ਜੋ ਕਹਿ ਰਹੇ ਹਾਂ ਵਾਸਤਵਿਕ ਇਹੀ ਹੈ, ਇਤੀ ਹੈ। ਤਿਸ ਕੋ ਸ਼ੋਕ ਨਾ ਸੁਮਤੇ ਕਰੋ। ਸੁਮਤੇ, ਇਸ ਗੱਲ ਕਰਕੇ ਤੁਸੀਂ ਆਪਣੇ ਲਾਲ ਲਈ ਸ਼ੋਕ ਨਾ ਕਰੋ, ਉਹਨਾਂ ਲਈ ਇਸ ਤਰ੍ਹਾਂ ਦਾ ਸ਼ੋਕ ਨਾ ਮਨਾਓ। ਉਹ ਤਾਂ ਪਰਮ ਆਨੰਦ ਵਿੱਚ ਟਿਕੇ ਹੋਏ ਨੇ, ਬ੍ਰਹਮ ਆਨੰਦ ਵਿੱਚ ਟਿਕੇ ਹੋਏ ਨੇ। ਪੁਰ ਮੈਂ ਰਹਿਣ ਮਨੋਰਥ ਧਰੋ। ਤੁਸੀਂ ਇਸ ਦਿੱਲੀ ਨਗਰ ਵਿੱਚ ਰਹਿਣ ਦਾ ਮਨੋਰਥ ਰੱਖੋ, ਇੱਥੇ ਦਿੱਲੀ ਵਿੱਚ ਹੀ ਰਹੋ। ਹਿਰਦੇ ਧਿਆਨ ਹਮਕੋ ਨਿਤ ਧਿਆਵੋ। ਔਰ ਨਿਤਾ ਪ੍ਰਤੀ ਸਾਡਾ ਧਿਆਨ ਧਾਰੋ, ਆਪਣੇ ਹਿਰਦੇ 'ਚ ਸਾਨੂੰ ਧਿਆਵੋ। ਨਿਕਟ ਦਰਸ ਕੋ ਸੁਖ ਫਲ ਪਾਵੋ। ਜਿਵੇਂ ਹੁਣ ਬੈਠੇ ਤੁਹਾਨੂੰ ਦਰਸ਼ਨ ਦੇ ਰਹੇ ਹਾਂ, ਜਦੋਂ ਤੁਸੀਂ ਸਾਡਾ ਧਿਆਨ ਧਾਰੋਗੇ ਤੁਸੀਂ ਇਹ ਜਾਣੋਗੇ ਅਸੀਂ ਤੁਹਾਡੇ ਕੋਲ ਹੀ ਬੈਠੇ ਹਾਂ ਔਰ ਤੁਸੀਂ ਸਾਡੇ ਦਰਸ਼ਨ ਕਰ ਰਹੇ ਹੋ। ਤੁਸੀਂ ਇਹ ਨਾ ਜਾਣਿਓ ਕਿ ਅਸੀਂ ਤੁਹਾਡੇ ਤੋਂ ਕਿਤੇ ਦੂਰ ਹਾਂ। ਜਦੋਂ ਵੀ ਸਾਡਾ ਧਿਆਨ ਕਰੋਗੇ, ਜਦੋਂ ਵੀ ਸਾਨੂੰ ਧਿਆਓਗੇ, ਤੁਸੀਂ ਸਾਨੂੰ ਆਪਣੇ ਕੋਲ ਪਾਓਗੇ। ਇਹ ਕੱਲਾ ਮਾਤਾ ਸੁੰਦਰੀ ਜੀ ਨੂੰ ਨਹੀਂ ਕਿਹਾ, ਕਹਿ ਭਾਵੇਂ ਸੁੰਦਰੀ ਜੀ ਨੂੰ ਰਹੇ ਨੇ ਮਾਤਾ ਜੀ ਨੂੰ, ਪਰ ਇਹ ਬਚਨ ਸਤਿਗੁਰੂ ਜੀ ਆਪਣੇ ਹਰ ਇੱਕ ਸਿੱਖ ਲਈ ਕਰ ਰਹੇ ਨੇ। ਜਦੋਂ ਵੀ ਜਿੱਥੇ ਵੀ ਤੁਸੀਂ ਸਾਨੂੰ ਧਿਆਵੋਗੇ, ਇਹ ਜਾਣੋਗੇ ਕਿ ਅਸੀਂ ਤੁਹਾਡੇ ਕੋਲ ਬੈਠੇ ਹਾਂ। ਕੇਵਲ ਰਸਨਾ ਨਾਲ ਫੋਕਾ ਫੋਕਾ ਪੜਿਓ ਹੀ ਨਾ, ਇਹਨੂੰ ਮਾਣਿਓ। ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਘੰ ਵਿਭੂਤੇ। ਕੱਲਾ ਜ਼ੁਬਾਨੀ ਕਲਾਮੀ ਪੜ੍ਹਨਾ ਹੀ ਨਹੀਂ ਹੈ, ਇਹਨੂੰ ਮਾਣਨਾ ਹੈ। ਚਤਰ ਚੱਕਰਵਰਤੀ, ਉਹ ਜੋ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਕੋਈ ਸੰਸਾਰ ਦਾ ਇਹੋ ਜਿਹਾ ਕੋਨਾ ਹੈ ਹੀ ਨਹੀਂ ਜਿੱਥੇ ਉਹ ਨਹੀਂ ਵਰਤਦਾ। ਚਾਰੇ ਚੱਕਾਂ ਨੂੰ ਭੋਗਣ ਵਾਲਾ ਵੀ ਹੈ। ਚਤਰ ਚੱਕਰ ਭੁਗਤੇ, ਸਭ ਨੂੰ ਭੋਗਣ ਵਾਲਾ ਵੀ ਹੈ, ਵਰਤਦਾ ਵੀ ਹੈ ਸਾਰਿਆਂ 'ਚ, ਭੋਗਦਾ ਵੀ ਹੈ ਸਾਰਿਆਂ ਨੂੰ। ਔਰ ਸਵੈੰਭਵ ਆਪਣੇ ਆਪ ਤੋਂ ਬਣਿਆ ਹੋਇਆ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਸ਼ੁਭ ਰੂਪ, ਉਹ ਸਰਬਦਾ ਸਾਰਿਆਂ ਵਿੱਚ ਵਿਆਪਕ ਹੈ, ਜਿਹੜਾ ਮਾੜਿਆਂ ਭੈੜਿਆਂ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਐਸੇ ਸਾਹਿਬ ਜੀ ਨੂੰ ਤੁਸੀਂ ਹਮੇਸ਼ਾ ਆਪਣੇ ਅੰਗ ਸੰਗ ਕਰਕੇ ਜਾਣੋ। ਇਹ ਕਲਗੀਧਰ ਦਾ ਹੁਕਮ ਹੈ। ਪਰਾ ਲਬਦ ਤਨ ਕੀ ਸਭ ਭੋਗ। ਇਹ ਸਰੀਰ ਦੀ ਜਿਹੜੀ ਪਰਾ ਲਬਦ ਹੈ ਸੁੰਦਰੀ ਜੀ, ਜਿੰਨਾ ਚਿਰ ਹੈ ਇਹ ਤਾਂ ਤੁਸੀਂ ਭੋਗਣੀ ਹੈ। ਇਸ ਸਰੀਰ ਦੀ ਜਿੰਨੀ ਆਯੂ ਵਾਹਿਗੁਰੂ ਨੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ, ਉਸ ਪਰਾ ਲਬਦ ਨੂੰ ਭੋਗ ਕੇ ਪਹੁੰਚੋ ਅੰਤ ਹਮਾਰੇ ਲੋਗ। ਔਰ ਅੰਤ ਨੂੰ ਤੁਸੀਂ ਸਾਡੇ ਉਸੇ ਲੋਕ ਵਿੱਚ ਪਹੁੰਚ ਜਾਓਗੇ ਜਿੱਥੇ ਅਸੀਂ ਹਾਂ, ਜਿੱਥੇ ਤੁਹਾਡੇ ਲਾਲ ਸਾਹਿਬ ਅਜੀਤ ਸਿੰਘ ਨੇ, ਉਸੇ ਲੋਕ ਵਿੱਚ ਹੀ ਤੁਸੀਂ ਆ ਕੇ ਪਹੁੰਚ ਜਾਓਗੇ।
ਜਦੋਂ ਇਹ ਸਰੀਰ ਦੀ ਪਰਾਲਬਧ ਮੁੱਕ ਜਾਏਗੀ। ਅਪਰ ਤ੍ਰਿਯਨ ਸਮ ਤੋਏ ਨੈ ਚਾਹੀਏ। ਸੁੰਦਰੀ ਜੀ, ਤੁਸੀਂ ਆਮ ਸਧਾਰਨ ਇਸਤਰੀਆਂ ਵਾਂਗੂ ਇਸਤਰੀ ਨਹੀਂ ਹੋ। ਉਹਨਾਂ ਆਮ ਸਧਾਰਨ ਇਸਤਰੀਆਂ ਵਾਂਗੂ ਤੁਹਾਨੂੰ ਨਹੀਂ ਚਾਹੀਦਾ ਏਦਾਂ ਕਰਨਾ। ਹਮਰੀ ਸੰਗਤ ਕੋ ਫਲ ਲਈਏ। ਤੁਸੀਂ ਸਾਡੀ ਸੰਗਤ ਕੀਤੀ ਆ, ਸਾਡੀ ਸੰਗਤ ਦਾ ਫਲ ਇਹ ਲਵੋ ਕਿ ਹਰ ਇੱਕ ਸੋਗ ਵਿੱਚ ਇੱਕ ਸਮਾਨ ਬਿਰਤੀ ਰੱਖੋ। ਸਿੱਖਨ ਕੋ ਕੀਜੇ ਕਲਿਆਣ। ਇੱਥੇ ਰਹਿ ਕੇ ਸਿੱਖਾਂ ਦੀ ਕਲਿਆਣ ਕਰੋ। ਬਸੀਏ ਦਿੱਲੀ ਪੁਰ ਰੁਚਿ ਠਾਨ। ਔਰ ਰੁਚੀ ਸਹਿਤ ਦਿੱਲੀ ਨਗਰ ਦੇ ਵਿੱਚ ਵਸੋ, ਇੱਥੇ ਰਹੋ। ਅਪਰ ਵਾਰਤਾ ਕੀ ਅਭਿਲਾਖਨ। ਹੋਰ ਕਿਸੇ ਵਾਰਤਾ ਦੀ ਕੋਈ ਅਭਿਲਾਖਾ ਸੋ ਪੁਰਵੋ ਹਮ ਸੋ ਕਰ ਭਾਖਨ। ਉਹ ਤੁਸੀਂ ਦੱਸੋ, ਅਸੀਂ ਤੁਹਾਡੀ ਇੱਛਾ ਪੂਰਨ ਕਰਾਂਗੇ। ਸੰਗਤ ਬਿਨੇ ਮਾਨ ਬੇਜੋਗ। ਕਿਉਂਕਿ ਸੰਗਤ ਨੇ ਬੇਨਤੀ ਕੀਤੀ ਹੈ ਤੇ ਸੰਗਤ ਦੀ ਬੇਨਤੀ ਮੰਨਣ ਯੋਗ ਹੈ। ਇਸੇ ਕਰਕੇ ਅਸੀਂ ਤੁਹਾਨੂੰ ਇੱਥੇ ਛੱਡਣਾ ਚਾਹੁੰਦੇ ਹਾਂ। ਸੇਵਾ ਕਰੇ ਸਰਬ ਸਿੱਖ ਲੋਗ। ਇਹ ਸਾਰੀ ਸੰਗਤ ਤੇ ਸਾਰੇ ਸਿੱਖ ਤੁਹਾਡੀ ਸੇਵਾ ਕਰਨਗੇ। ਸ਼੍ਰੀ ਅੰਮ੍ਰਿਤਸਰ ਆਦ ਸਥਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਜਿਤਨੇ ਗੁਰਧਾਮ ਹਨ ਪੰਜਾਬ ਦੀ ਧਰਤੀ ਤੇ, ਜੈ ਕੈ ਟਿਕੇ ਮਸੰਦ ਮਹਾਨ। ਜਿੱਥੇ ਕਿੱਥੇ ਮਸੰਦ ਟਿਕੇ ਹੋਏ ਨੇ, ਸੇਵਕ ਲੱਗੇ ਨੇ, ਸਰਬ ਦਰਬ ਇਹ ਅਰਪਨ ਕਰਈ। ਉਥੋਂ ਜਿੰਨੀ ਮਾਇਆ ਆਉਣੀ ਦਸਵੰਧ ਦੀ, ਉਹ ਤੁਹਾਡੇ ਕੋਲ ਆ ਕੇ ਅਰਪਣ ਕਰਿਆ ਕਰਨਗੇ। ਉਹਦੀ ਤੁਸੀਂ ਯੋਗ ਥਾਂ ਤੇ ਵਰਤੋਂ ਕਰਨੀ ਹੈ। ਨਿਜ ਨਿਜ ਥਲ ਮੈਂ ਥਿਰਤਾ ਧਰਈ। ਔਰ ਸਾਰੇ ਆਪੋ ਆਪਣੀਆਂ ਥਾਵਾਂ ਤੇ ਥਿਰ ਰਹਿ ਕੇ ਸੇਵਾ ਕਰਨਗੇ। ਤੁਵ ਥਿਰ ਹੋਵਨ ਤੇ ਇਸ ਦੇਸ਼। ਸੁੰਦਰੀ ਜੀ, ਜੇ ਤੁਸੀਂ ਇੱਥੇ ਰਹੋਗੇ ਤੇ ਤੁਹਾਡੇ ਇੱਥੇ ਰਹਿਣ ਨਾਲ ਇਸ ਦੇਸ਼ ਵਿੱਚ ਰੀਤ ਪ੍ਰਥਮ ਕੀ ਰਹੇ ਅਸ਼ੇਸ਼। ਜਿਹੜੀ ਰੀਤ ਮਰਿਆਦਾ ਹੁਣ ਤੱਕ ਚੱਲਦੀ ਆਉਂਦੀ, ਉਹ ਅੱਗੇ ਵੀ ਚੱਲਦੀ ਰਹੇਗੀ। ਕਿਉਂਕਿ ਅਸੀਂ ਤਾਂ ਦੱਖਣ ਨੂੰ ਚਲੇ ਜਾਣਾ। ਇੱਥੇ ਜਿੰਨੀ ਸੰਗਤ ਦੀ ਦਸਵੰਧ ਦੀ ਮਾਇਆ ਆਉਣੀ, ਗੁਰੂ ਘਰਾਂ ਦਾ ਪ੍ਰਬੰਧ ਚਲਾਉਣਾ, ਉੱਥੇ ਆਏਗੀ ਸੰਗਤ ਦੇ ਲੰਗਰ ਵਾਸਤੇ ਵਿਵਸਥਾ ਕਰਨੀ, ਉਹ ਸਾਰੇ ਕੰਮਕਾਰ ਉਸੇ ਤਰ੍ਹਾਂ ਚੱਲਦੇ ਰਹਿਣਗੇ ਜੇ ਤੁਸੀਂ ਇੱਥੇ ਰਹੋਗੇ। ਤੇ ਤੁਹਾਡੀ ਅਗਵਾਈ ਦੇ ਵਿੱਚ ਉਹ ਸਾਰੀਆਂ ਸੇਵਾਵਾਂ ਗੁਰਧਾਮਾਂ ਦੀਆਂ, ਗੁਰਸਥਾਨਾਂ ਦੀਆਂ ਹੁੰਦੀਆਂ ਰਹਿਣਗੀਆਂ। ਦੇਨ ਲੈਨ ਜਗ ਗੁਰ ਕੀ ਕਾਰ। ਜੋ ਗੁਰੂ ਘਰ ਦੇ ਲੈਣ ਦੇਣ ਦੇ ਜਿਤਨੇ ਕਾਰਜ ਨੇ, ਵਿਵਹਾਰ ਹਨ, ਰਹੇ ਤਥਾਈ ਨਿਸ਼ਚੇ ਧਾਰ। ਜੇ ਤੁਸੀਂ ਇੱਥੇ ਰਹੋਗੇ ਤਾਂ ਉਹ ਸਾਰੇ ਕਾਰਜ, ਉਹ ਸਾਰੇ ਕਾਰ ਵਿਹਾਰ ਉਸੇ ਤਰ੍ਹਾਂ ਹੁੰਦੇ ਰਹਿਣਗੇ ਜਿਵੇਂ ਹੁਣ ਤਾਈਂ ਹੁੰਦੇ ਰਹੇ ਨੇ। ਧੂਅਰ ਤੋਲਰ ਜਗਤ ਤਮਾਸ਼ਾ। ਬਾਕੀ ਇਹ ਸੰਸਾਰ ਧੂਏ ਦਾ ਪਹਾੜ ਹੈ। ਆਹਾ, ਇਹ ਜਗਤ ਧੂਏ ਦਾ ਪਹਾੜ ਹੈ। ਜਿਵੇਂ ਧੂਏ ਦਾ ਪਹਾੜ ਸੱਚ ਤਾਂ ਨਹੀਂ ਹੁੰਦਾ, ਪਰ ਦਿਸਦਾ ਵੀ ਹੈ। ਸੱਚ ਹੁੰਦਾ ਵੀ ਨਹੀਂ, ਪਰ ਦਿਸਦਾ ਵੀ ਹੈ। ਇਸੇ ਤਰ੍ਹਾਂ ਇਹ ਜਗ ਧੂਏ ਦਾ ਪਹਾੜ ਹੈ। ਇਸ ਸਥਿਰਤਾ ਕੋ ਕਿਆ ਪਰਵਾਸਾ। ਜਿਹੜਾ ਹੈ ਹੀ ਧੂਏ ਦਾ ਪਹਾੜ, ਉਹਦੀ ਸਥਿਰਤਾ ਦਾ ਕੀ ਪ੍ਰਵਾਸਾ ਕਰਨਾ, ਉਹਦੇ ਟਿਕਣ ਦਾ ਕੀ ਪ੍ਰਵਾਸਾ ਕਰਨਾ। ਜਿਹੜਾ ਹੈ ਹੀ ਧੂਏ ਦਾ ਪਹਾੜ। ਸਮ ਦਰਿਆਓ ਚਲਿਓ ਨਿਤ ਜਾਤ। ਦਰਿਆ ਚੱਲਦਾ ਨਾ ਭਰ ਕੇ, ਇਹ ਚੱਲਦੇ ਦਰਿਆ ਵਾਂਗੂ ਵਹਿੰਦਾ ਚਲਿਆ ਜਾਂਦਾ ਸੰਸਾਰ। ਜਿੰਨੇ ਅੱਗੇ ਜਾਂਦੇ ਨੇ ਉਹਨੇ ਆ ਜਾਂਦੇ ਆ ਪਿੱਛੇ ਹੋਰ। ਦਰਿਆ 'ਚ ਪਾਣੀ ਜਿੰਨਾ ਅੱਗੇ ਵੱਧਦਾ ਪਿੱਛੋਂ ਹੋਰ ਆਈ ਜਾਂਦਾ, ਅੱਗੇ ਅੱਗੇ ਚਲੀ ਜਾਂਦਾ। ਏਦਾਂ ਇਹ ਜਗਤ ਚੱਲਦੇ ਦਰਿਆ ਦੇ ਸਮਾਨ ਹੈ। ਭਰਿਓ ਰਹੇ ਇੱਕ ਸਮ ਦਿਖ ਰਾਤ। ਭਰ ਕੇ ਜਿਹੜਾ ਪਾਣੀ ਅੱਗੇ ਵਗ ਜਾਂਦਾ, ਫਿਰ ਉਹ ਭਰਿਆ ਹੀ ਦਿਸਦਾ, ਖਾਲੀ ਤਾਂ ਨਹੀਂ ਦਿਸਦਾ। ਸੁੰਦਰੀ ਜੀ, ਇਹ ਜਗਤ ਚੱਲਦੇ ਦਰਿਆ ਸਮਾਨ ਹੈ। ਹਜ਼ਾਰਾਂ ਲੱਖਾਂ ਜੀਵ ਚਲੇ ਗਏ, ਕਰੋੜਾਂ ਚਲੇ ਗਏ, ਪਰ ਇਹ ਖਾਲੀ ਖਾਲੀ ਤਾਂ ਨਹੀਂ ਦਿਸਦਾ ਸੰਸਾਰ। ਫਿਰ ਵੀ ਭਰਿਆ ਹੀ ਦਿਸਦਾ ਨਾ। ਜਿੰਨੇ ਕਰੋੜਾਂ ਜੀਵ, ਲੱਖਾਂ ਲੋਕ ਜਾਂਦੇ ਆ, ਕਰੋੜਾਂ ਉਨੇ ਹੀ ਆਈ ਜਾਂਦੇ ਆ ਅੱਗੇ। ਇਹ ਜਗਤ ਦਾ ਪ੍ਰਵਾਹ ਐਸਾ ਹੈ। ਇਹ ਜਗਤ ਚੱਲਦੇ ਹੋਏ ਦਰਿਆ ਦੇ ਸਮਾਨ ਹੈ। ਇਤਿਆਦਿਕ ਪ੍ਰਭ ਬਹੁ ਸਮਝਾਈ। ਇਤਿਆਦਿਕ ਕੇ ਬਚਨ ਕਲਗੀਧਰ ਪਾਤਸ਼ਾਹ ਨੇ ਮਾਤਾ ਸੁੰਦਰੀ ਜੀ ਨੂੰ ਕਹਿ ਕੇ ਤਿਨਾਂ ਨੂੰ ਸਮਝਾਇਆ। ਉਹਨਾਂ ਹਿਰਦਿਆਂ ਦੇ ਵਿੱਚ ਗਿਆਨ ਦ੍ਰਿੜ ਕਰਵਾਇਆ। ਭਰੇ ਬਿਲੋਚਨ ਅਸ਼ਰੂ ਗਿਰਾਈ। ਫਿਰ ਵੀ ਮਾਤਾ ਜੀ ਦੇ ਨੇਤਰ ਭਰੇ ਹੋਏ ਨੇ, ਫਿਰ ਵੀ ਮਾਤਾ ਜੀ ਦੀਆਂ ਅੱਖਾਂ ਸਜਲ ਹਨ। ਸ਼੍ਰੀ ਗੁਰ ਸੰਗ
ਸਿੱਖ ਸੁਨਿਆਰਾ। ਖਾਲਸਾ ਜੀ ਇੱਕ ਗੁਰੂ ਪਾਤਸ਼ਾਹ ਜੀ ਦਾ ਸਿੱਖ ਸੀ। ਸੁਨਿਆਰਾ ਤਾਂ ਕਹਿੰਦੇ, ਉਹ ਸੁਨਿਆਰੇ ਦਾ ਕੰਮ ਕਰਦਾ ਸੀ, ਸੁਨਿਆਰਾ ਸਿੱਖ ਸੀ। ਮਹਾਰਾਜ ਕਲਗੀਧਰ ਜੀ ਦੇ ਨਾਲ ਰਹਿੰਦਾ ਸੀ ਤੇ ਉਹਦੇ ਘਰ ਸੰਤਾਨ ਨਹੀਂ ਸੀ ਤੇ ਮਹਾਰਾਜ ਜੀ ਦੇ ਪਾਸੋਂ ਹਮੇਸ਼ਾ ਪੁੱਤਰ ਦੀ ਦਾਤ ਮੰਗਦਾ ਸੀ। ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦਿਓ। ਤੋ ਇੱਕ ਦਿਨ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਖੇਡ ਵਰਤੀ। ਉਹ ਬਾਲਕ ਰਸਤੇ ਦੇ ਵਿੱਚ ਪਿਆ ਮਿਲਿਆ, ਮਹਾਰਾਜ ਜੀ ਨੇ ਇਹਦੀ ਝੋਲੀ ਪਾ ਦਿੱਤਾ। ਪਰ ਉਹਦਾ ਰੂਪ ਬਾਬਾ ਅਜੀਤ ਸਿੰਘ ਵਾਂਗੂ ਸੀ। ਮਾਤਾ ਜੀ ਦੇ ਮਨ ਵਿੱਚ ਵੇਖ ਕੇ ਇੱਛਾ ਹੋਈ ਵੀ ਇਹਨੂੰ ਮੈਂ ਪਾਲ ਲਵਾਂ, ਵੀ ਮੇਰੇ ਪੁੱਤਰ ਦਾ ਵਿਯੋਗ ਹੈ, ਇਹਨੂੰ ਪਾਲ ਲਵਾਂ, ਪਾਲਕ ਪੁੱਤਰ ਬਣਾ ਲਵਾਂ। ਤੋ ਕਲਗੀਧਰ ਜੀ ਨੇ ਕਿਹਾ ਸੀ, ਸੁੰਦਰੀ ਜੀ ਉਹ ਅਜੀਤ ਸਿੰਘ ਉਹੀ ਸੀ, ਉਹਦੇ ਵਰਗਾ ਦੂਜਾ ਨਹੀਂ ਹੋ ਸਕਦਾ। ਸਤਿ ਸ੍ਰੀ ਅਕਾਲ। ਉਹ ਤਾਂ ਉਹੀ ਸੀ, ਉਹਦੇ ਵਰਗਾ ਦੂਜਾ ਨਹੀਂ ਹੋ ਸਕਦਾ। ਤੋ ਉਹ ਕਥਾ ਭਾਈ ਸਾਹਿਬ ਜੀ ਇੱਥੇ ਸੁਣਾ ਰਹੇ ਨੇ, ਅਗਲਿਆਂ ਪ੍ਰਕਰਣਾਂ ਵਿੱਚ ਆਪਾਂ ਵਿਚਾਰਾਂਗੇ। ਗਰੀਬ ਨਵਾਜ ਸਾਹਿਬ ਜੀ ਦੀ ਅੰਮ੍ਰਿਤ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ ਕੱਲ ਸਵੇਰੇ 9 ਵਜੇ ਗੁਰਲਾਦੋਰੇ ਨਗਰ ਕੀਰਤਨ 9ਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਖਾਲਸਾ ਸ਼ਤਾਬਦੀ ਕਮੇਟੀ ਵੱਲੋਂ ਲਿਜਾਇਆ ਜਾਣਾ ਗੁਰੂ ਕੇ ਮਹਿਲਾਂ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ। ਤੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੇ ਨਗਰ ਕੀਰਤਨ ਵਿੱਚ ਨਾਲ ਜਾ ਸਕਦੇ ਨੇ ਨਾਲ ਵੀ ਹਾਜ਼ਰੀਆਂ ਭਰੋ। ਜਿਹੜੇ ਨਹੀਂ ਜਾ ਸਕਦੇ ਉਹ ਸਵੇਰੇ ਘੱਟੋ ਘੱਟ ਨਗਰ ਕੀਰਤਨ ਵਿਦਾ ਕਰਨ ਵਾਸਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤਕਰੀਬਨ 8:30 ਵਜੇ ਆਪ ਜੀ ਹਾਜ਼ਰ ਹੋ ਜਾਓ ਔਰ 9ਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰੀ ਬੇਨਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਹੈ, ਪ੍ਰਬੰਧ ਵੱਲੋਂ, ਕਿ ਅੱਜ ਕੱਲ੍ਹ ਜਿਵੇਂ ਕਣਕ ਦਾ ਸੀਜ਼ਨ ਹੈ, ਬਹੁਤ ਸਾਰੇ ਗੁਰਸਿੱਖ ਜ਼ਿਮੀਂਦਾਰਾ ਕਰਦੇ ਹਨ, ਤੋ ਖੇਤਾਂ ਦੇ ਵਿੱਚ ਅੰਨ ਧਨ ਬੀਜਦੇ ਹੈ। ਤੋ ਸਿੱਖਾਂ ਦੀ ਭਾਵਨਾ ਹੁੰਦੀ ਹੈ ਉਹਦੇ ਵਿੱਚੋਂ ਜਿਹੜਾ ਅੰਨ ਹੈ ਉਹ ਗੁਰੂ ਪਾਤਸ਼ਾਹ ਦੇ ਲੰਗਰਾਂ 'ਚ ਭੇਟ ਕਰਨਾ। ਤੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰਾਂ ਵਿੱਚ ਆਪਣੇ ਉਸ ਅੰਨ ਵਿੱਚੋਂ, ਕਣਕ ਵਿੱਚੋਂ ਜਿਹੜੀ ਵੀ ਕੋਈ ਫਸਲ ਆਪਣੀ ਬੀਜਦੇ ਹੋ, ਉਹਦੇ ਵਿੱਚੋਂ ਗੁਰੂ ਕੇ ਲੰਗਰਾਂ ਵਿੱਚ ਫਸਲ ਪਾ ਕੇ, ਅੰਨ ਪਾ ਕੇ, ਅੰਨਦਾਨ ਮਹਾਦਾਨ ਵੀ ਹੈ, ਜਿਹੜਾ ਅਨੇਕਾਂ ਨਾਮ ਰਸੀਏ ਗੁਰਸਿੱਖਾਂ ਦੇ ਮੁਖ ਵਿੱਚ ਵੀ ਪੈਣਾ, ਲੋੜਵੰਦਾਂ ਦੇ ਮੁਖ ਵਿੱਚ ਵੀ ਪੈਣਾ, ਬਾਣੀ ਪੜ੍ਹਨ ਵਾਲਿਆਂ ਦੇ ਮੁਖ ਵਿੱਚ ਵੀ ਪੈਣਾ, ਉਹ ਸਫਲ ਹੋ ਜਾਂਦਾ ਹੈ। ਇਸ ਕਰਕੇ ਇਹ ਪ੍ਰਬੰਧ ਵੱਲੋਂ ਬੇਨਤੀ ਹੈ ਕਿ ਭਾਈ ਕਣਕ ਦੀ ਜਿਹੜੀ ਸੇਵਾ ਹੈ ਉਹ ਗੁਰੂ ਕੇ ਲੰਗਰਾਂ ਵਿੱਚ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਬੇਨਤੀ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀ। ਅੱਜ ਨਾਨਕਸਰ ਕੁਟੀਆ ਵਿਖੇ ਵੀ ਜੋ ਸਮਾਗਮ ਹਨ, ਤਕਰੀਬਨ 7 ਤੋਂ 8:30 ਵਜੇ ਤੱਕ ਅੱਜ ਰਾਤ ਦੇ ਸਮਾਗਮ ਨੇ ਤੇ ਦਾਸ ਦੀ ਹਾਜ਼ਰੀ ਹੈ। ਉੱਥੇ ਜਪਜੀ ਸਾਹਿਬ ਜੀ ਦੀ ਕਥਾ ਦੀ ਜਿਹੜੀ ਸੇਵਾ ਉਹ ਚੱਲ ਰਹੀ ਹੈ। ਅੱਜ ਦੀ ਕਥਾ ਦੀ ਸੇਵਾ ਦਾਸ ਦੀ ਵੀ ਹੈ। ਗਿਆਨੀ ਸੁਰਜੀਤ ਸਿੰਘ ਜੀ, ਗਿਆਨੀ ਗੁਰਜੰਟ ਸਿੰਘ ਜੀ ਵੀ ਹਾਜ਼ਰੀਆਂ ਭਰਨਗੇ। ਉੱਥੇ ਅੱਜ ਰਾਤ ਦੇ ਸਮਾਗਮਾਂ ਵਿੱਚ ਵੀ ਹਾਜ਼ਰੀ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ
अविनाशी अगनास हे पुरन हे सर्ब मैं दुख भंजन गुणतास हे संगी हे निरंकार हे निर्गुण सब टेक हे गोविंद हे गुण निधान जाके सदा बबेक हे अपरंपर हर हरे है पियो अणहार हे संतह कै सदा संग निधारा आधार हे ठाकुर हों दासरो मैं निर्गुण गुण नहीं कोई नानक दीजै नाम दान राखो ही है परो आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है जड़े सोतरे पार जो शरदा कर से बंदे गुर पारे उतार निहार वाहिगुरु नाम जहाज है जड़े सोतरे पार जो शरदा कर से बंदे गुर पारे उतार निहार वाहिगुरु जी का खालसा वाहिगुरु जी की फतेह।